ਸ਼ਾਂਤ ਮਹੱਲਾ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਹੀ ਰਾਗਨ ਦੇ ਅੰਦਰ ਪਾਵਨ ਪਵਿੱਤਰ ਸ਼ਬਦ ਧੰਨ ਗੁਰੂ ਰਾਮਦਾਸ ਜੀ ਦਾ ਬਖਸ਼ਿਸ਼ ਕੀਤਾ ਹੋਇਆ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਇੱਕ ਓੰਕਾਰ, ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਕਾ ਪ੍ਰਕਾਸ਼ਕ ਸਤ ਚਿਤ ਆਨੰਦ ਸਤ ਸਰੂਪ ਆਨੰਦ ਸਰੂਪ ਪ੍ਰਕਾਸ਼ ਸਰੂਪ ਚੇਤਨ ਸਰੂਪ। ਅਦੁੱਤੀ ਬ੍ਰਹਮ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਜਿਸ ਤਰ੍ਹਾਂ ਜਮਾਤ ਦੇ ਬੱਚਿਆਂ ਨੂੰ ਮਾਸਟਰ ਇਕੱਤਰਿਤ ਕਰਕੇ ਇੱਕ ਲਾਈਨ 'ਤੇ ਖੜਿਆਂ ਕਰ ਦਿੰਦਾ ਹੈ, ਉਹਨਾਂ ਨੂੰ ਇੱਕ ਨਿਸ਼ਾਨਦੇਹੀ ਵਿਖਾ ਦਿੰਦਾ ਹੈ ਵੀ ਤੁਸੀਂ ਉਸ ਨੂੰ ਹੱਥ ਲਾ ਕੇ ਵਾਪਸ ਆਉਣਾ ਹੈ। ਕੁਝ ਬੱਚੇ ਹੁੰਦੇ ਨੇ ਉਹ ਪਹਿਲੇ ਨੰਬਰ 'ਤੇ ਹੱਥ ਲਾ ਕੇ ਵਾਪਸ ਆ ਜਾਂਦੇ ਨੇ, ਕੁਝ ਬੱਚੇ ਪਿੱਛੇ ਰਹਿ ਜਾਂਦੇ ਨੇ, ਕੁਝ ਸਾਰਿਆਂ ਤੋਂ ਲਾਸਟ 'ਚ ਵੀ ਰਹਿ ਜਾਂਦੇ ਨੇ। ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇੱਕ ਨਿਸ਼ਾਨਦੇਹੀ ਦਿਖਾਈਏ, ਇੱਕ ਓੰਕਾਰ, ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਕਾ ਪ੍ਰਕਾਸ਼ਕ। ਤੇ ਲੈਣ ਕਿਹੜੀ ਖਿੱਚੀ ਹੈ? ਸਿੱਖੀ ਦੀ। ਗੁਰੂ ਨਾਨਕ ਦੇਵ ਜੀ ਦੀ ਸਿੱਖੀ ਨੂੰ ਧਾਰਨ ਕਰਨਾ, ਇਹ ਸਿੱਖੀ ਦੀ ਲਾਈਨ 'ਤੇ ਅਸੀਂ ਖੜੇ ਹਾਂ। ਤੇ ਭਾਈ ਜਿਤਨਾ ਕੋਈ ਭੱਜ ਲੈਂਦਾ ਹੈ ਉਤਨਾ ਛੇਤੀ ਪਹੁੰਚ ਜਾਂਦਾ ਹੈ। ਜੇ ਕੋਈ ਹੌਲੀ ਭੱਜਦਾ ਹੈ, ਕਮਜ਼ੋਰ ਹੈ, ਤੇ ਉਹ ਲੇਟ ਰਹਿ ਜਾਂਦਾ, ਫਾੜਾ ਰਹਿ ਜਾਂਦਾ ਹੈ। ਭੱਜਣਾ ਇੱਥੇ ਸਰੀਰ ਦਾ ਨਹੀਂ, ਉੱਥੇ ਕਲਾਸ ਵਿੱਚ, ਸਕੂਲ ਵਿੱਚ, ਕੰਪੀਟੀਸ਼ਨ ਵਿੱਚ ਸਰੀਰ ਦਾ ਦੌੜਨਾ ਹੈ, ਇੱਥੇ ਮਨ ਦਾ ਦੌੜਨਾ ਹੈ, ਮਨ ਦਾ ਭੱਜਣਾ ਹੈ। ਭੱਜੇ ਜਾਂਦੇ ਬੱਚੇ ਦਾ ਧਿਆਨ ਕੇਵਲ ਨਿਸ਼ਾਨਦੇਹੀ 'ਤੇ ਹੁੰਦਾ ਹੈ ਵੀ ਮੈਂ ਉੱਥੇ ਪਹੁੰਚਣਾ ਹੈ, ਉਹ ਪਾਸੇ ਨਹੀਂ ਵੇਖਦਾ। ਉਸੇ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਮਨ ਵੀ ਕਿਸੇ ਹੋਰ ਪਾਸੇ ਨਾ ਵੇਖੇ ਤੇ ਫਿਰ ਭਾਈ ਛੇਤੀ ਪਹੁੰਚਿਆ ਜਾਂਦਾ ਹੈ। ਇੱਕ ਓੰਕਾਰ ਅਦੁੱਤੀ ਬ੍ਰਹਮ ਹੈ। ਖੜੇ ਸਿੱਖੀ ਦੀ ਲਾਈਨ 'ਤੇ ਹਾਂ, ਪਹੁੰਚਣਾ ਇੱਥੋਂ ਤੱਕ ਹੈ, ਇਸ ਦੀ ਪ੍ਰਾਪਤੀ ਕਰਨੀ ਹੈ। ਤੇ ਇਹਦੇ ਵਿੱਚ ਜੋ ਸਹਾਇਕ ਹੈ, ਕਿਰਪਾ ਦਾ ਪਾਤਰ, ਗੁਰੂ ਰਹਿਮਤ ਕਰਦਾ ਹੈ, ਬਖਸ਼ਿਸ਼ਾਂ ਕਰਦਾ ਹੈ। ਗੁਰੂ ਦੀ ਰਹਿਮਤ ਕਿਰਪਾ ਦੇ ਨਾਲ ਪਹੁੰਚਿਆ ਜਾਂਦਾ ਹੈ ਜੀ। ਆਵਹੁ ਸੰਤ ਜਨਹੁ ਗੁਣ ਗਾਵਹਿ ਗੋਬਿੰਦ ਕੇਰੇ ਰਾਮ। ਪਾਵਨ ਸ਼ਬਦ ਦੇ ਅੰਦਰ ਧੰਨ ਗੁਰੂ ਮਹਾਰਾਜ ਜੀ ਨੇ ਆਪਾਂ ਸਾਰਿਆਂ ਨੂੰ ਪ੍ਰੇਰਨਾ ਕੀਤਾ ਹੈ, ਹੇ ਗੁਰਮੁਖ ਪਿਆਰਿਓ, ਆਵਹੁ। ਆਵਹੁ ਦਾ ਅਰਥ ਹੁੰਦਾ ਹੈ ਆਉਣਾ ਕਰੋ। ਸੰਤ ਜਨੋ, ਜਿੱਥੇ ਸੰਤ ਜਨੋ, ਹਰ ਜਨੋ ਇਹ ਸ਼ਬਦ ਆ ਜਾਂਦੇ ਨੇ, ਉੱਥੇ ਧੰਨ ਗੁਰੂ ਮਹਾਰਾਜ ਜੀ ਸਿੱਖ ਸੰਗਤਾਂ ਨੂੰ, ਗੁਰਮੁਖ ਪਿਆਰਿਆਂ ਨੂੰ ਪ੍ਰੇਰਨਾ ਦਿੰਦੇ ਨੇ। ਸੰਤ ਜਨੋ, ਗੁਰੂ ਜੀ ਨੇ ਸਤ ਸੰਗੀਆਂ ਨੂੰ ਸੰਤ ਜਨ ਆਖ ਕੇ ਸਤਕਾਰਿਆ ਹੈ। ਸੰਤੋ ਮਨ ਕਾ ਮਾਨ ਤਿਆਗੋ। ਹੁਣ ਵੇਖੋ, ਹੈਗਾ ਸੰਤ ਤੇ ਉਹਨੂੰ ਵੀ ਇਹ ਗੱਲ ਆਖਣੀ ਪਵੇ ਵੀ ਤੂੰ ਆਪਣੇ ਮਨ ਦਾ ਮਾਨ ਛੱਡ। ਨਹੀਂ, ਇਹ ਗੁਰੂ ਮਹਾਰਾਜ ਜੀ ਨੇ ਸਤਕਾਰਿਆ ਸਾਨੂੰ। ਜਿਵੇਂ ਇੱਕ ਬੱਚੇ ਨੂੰ ਜੇ ਆਪਾਂ ਕਹਿ ਦਿਆਂਗੇ ਨਾ ਤੂੰ ਤਾਂ ਕਮਲਾ ਹੈ, ਤੈਨੂੰ ਤਾਂ ਆਉਂਦਾ ਹੀ ਕੁਝ ਨਹੀਂ, ਤੂੰ ਕਰ ਹੀ ਕੁਝ ਨਹੀਂ ਸਕਦਾ, ਤੇ ਉਹਨੇ ਜਿਹੜਾ ਕੁਝ ਕਰਨਾ ਹੁੰਦਾ ਫਿਰ ਉਹ ਵੀ ਨਹੀਂ ਕਰਦਾ, ਢੇਰੀ ਢਾਹ ਕੇ ਬਹਿ ਜਾਂਦਾ ਹੈ। ਤੇ ਜੇ ਉਹਨੂੰ ਹੌਸਲਾ ਦਿਆਂਗੇ, ਭਾਈ ਤੂੰ ਬੜਾ ਜਵਾਨ ਹੈ, ਬੜਾ ਸਿਆਣਾ ਹੈ, ਤੂੰ ਬਹੁਤ ਕੁਝ ਕਰ ਸਕਦਾ ਹੈ, ਤੇ ਫਿਰ ਉਹ ਆਪਣਾ ਤਨ ਤੇ ਮਨ ਲਾ ਕੇ ਉਸ ਨੂੰ ਕਰਨ ਦਾ ਯਤਨ ਕਰਦਾ ਹੈ। ਦਲੇਰੀ ਮਿਲ ਗਈ, ਹੌਸਲਾ ਮਿਲ ਗਿਆ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਸਾਨੂੰ ਦਲੇਰੀ ਦਿੰਦੇ ਨੇ, ਹੌਸਲਾ ਦਿੰਦੇ ਨੇ। ਸੰਤੋ ਮਨ ਕਾ ਮਾਨ ਤਿਆਗੋ, ਹੌਸਲੇ 'ਚ ਰਹੋ। ਜਿਹੜੇ ਸੰਤ ਹੋਏ ਨੇ ਉਹ ਵੀ ਤੁਹਾਡੇ 'ਚੋਂ ਹੀ ਹੋਏ ਨੇ, ਪਰ ਉਹਨਾਂ ਨੇ ਮਨ ਦਾ ਮਾਨ ਛੱਡ ਦਿੱਤਾ ਹੈ, ਸੰਤ ਹੋ ਗਏ ਨੇ। ਇਸੇ ਤਰ੍ਹਾਂ ਗੁਰੂ ਜੀ ਇੱਥੇ ਰਹਿਮਤ ਕਰਦੇ ਨੇ, ਆਵਹੁ, ਆਉਣਾ ਕਰੋ। ਸੰਤ ਜਨੋ, ਗੁਰਮੁਖ ਪਿਆਰਿਓ, ਸਤ ਸੰਗਿਓ। ਕਿੱਥੇ ਆਉਣਾ ਕਰੋ? ਸਤ ਸੰਗਤ ਦੇ ਵਿੱਚ। ਤੇ ਸਤ ਸੰਗਤ ਦੇ ਵਿੱਚ ਆਣ ਕੇ ਗੁਣ ਗਾਵਹਿ, ਗੁਣ ਗਾਇਨ ਕਰਨੇ ਨੇ। ਗੋਬਿੰਦ ਕੇਰੇ ਰਾਮ, ਉਸ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਦੇ, ਮੇਰੇ ਮਾਲਕ ਦੇ, ਮੇਰੇ ਪਰਮਾਤਮਾ ਦੇ ਜਿਹੜੇ ਗੁਣ ਨੇ ਉਹ ਅਸੀਂ ਸਤ ਸੰਗਤ ਦੇ ਵਿੱਚ ਸਾਰਿਆਂ ਨੇ ਆਣ ਕੇ ਮਿਲ ਕੇ ਬੈਠ ਕੇ ਗਾਇਨ ਕਰਨੇ ਨੇ। ਇਹ ਗੁਰੂ ਦਾ ਉਪਦੇਸ਼ ਹੈ, ਹੁਕਮ ਹੈ। ਹੁਣ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਨੇ ਉਹ ਤਾਂ ਗੁਰੂ ਜੀ ਦੇ ਆਖੇ ਲੱਗ ਕੇ ਸਤ ਸੰਗਤ ਦੇ ਵਿੱਚ ਆਉਣਗੇ, ਗੁਰੂ ਦੇ ਗੁਣ ਗਾਇਨ ਕਰਨਗੇ।
ਤੇ ਜਿਹੜੇ ਕੇਵਲ ਨਿਉਣਾ ਹੀ ਜਾਣਦੇ ਨੇ, ਮੰਨਣਾ ਨਹੀਂ ਜਾਣਦੇ, ਉਹ ਨਹੀਂ ਆਉਣਗੇ। ਤੁਧ ਨੂੰ ਨਿਮਨ ਮੰਨਣ ਤੇਰਾ ਨਾਮ, ਇਹ ਹੈ ਗੁਰੂ ਦੇ ਨਾਂ ਨੂੰ ਮੰਨਣਾ, ਵੀ ਗੁਰੂ ਨੇ ਆਖ ਦਿੱਤਾ ਆਪਾਂ ਕਰਨਾ ਹੀ ਕਰਨਾ ਹੈ। ਇਹਦੇ 'ਚ ਹੁਣ ਪਰ ਸ਼ਬਦ ਹੈ ਨਾ, ਜਿਹੜਾ ਕੱਲ ਆਇਆ ਸੀ, ਪਰ ਕੀਜੈ ਨਾਨਕ ਅੰਕ ਸਮਾਈ, ਜੋ ਪ੍ਰਭ ਕਹੇ ਸੋਈ ਪਰ ਕੀਜੇ। ਇਹਦੇ 'ਚ ਪਰ ਨਹੀਂ ਲੈ ਕੇ ਆਉਣੀ। ਮੈਂ ਗੁਰੂ ਜੀ ਸਵੇਰੇ ਆ ਤਾਂ ਜਾਂਦਾ, ਤੁਹਾਡਾ ਬਚਨ ਮੰਨਦਾ ਮੈਂ, ਪਰ ਮਜਬੂਰੀ ਇਹ ਕਾਹਦੀ? ਆਲਸ ਦੀ। ਸੱਚੀ ਗੱਲ ਤਾਂ ਇਹੀ ਹੈ ਨਾ, ਹੈ ਤਾਂ ਆਲਸੀ, ਹੋਰ ਤਾਂ ਕੁਝ ਵੀ ਨਹੀਂ। ਆਲਸ ਦੀ ਮਜਬੂਰੀ ਹੈ, ਆਲਸ ਕਰਕੇ ਨਹੀਂ ਆਇਆ ਜਾਂਦਾ, ਨਹੀਂ ਤਾਂ ਆ ਤਾਂ ਜਾਂਦਾ। ਉਹ ਬਹਾਨੇ ਲਾ ਨੂੰ ਆਪਾਂ ਕਿੰਨੀ ਮਰਜ਼ੀ ਲਈ ਜਾਈਏ, ਮਜਬੂਰੀ ਤਾਂ ਸਾਨੂੰ ਆਲਸ ਦੀ ਹੈ, ਦਲਿੱਦਰ ਦੀ ਹੈ। ਆਓ ਸੰਤ ਜਣੋ ਗੁਣ ਗਾਵੇ ਗੋਬਿੰਦ ਕੇਰੇ ਰਾਮ, ਆਓ ਗੁਰਮੁਖ ਪਿਆਰੇ ਸਤ ਸੰਗਿਓ, ਸੱਚੇ ਸਤਿਗੁਰ ਦੇ ਗੁਣ ਗਾਇਨ ਕਰਨਾ ਕਰੀਏ ਜੀ। ਗੁਰਮੁਖ ਮਿਲ ਰਹੀ ਹੈ ਘਰ ਬਾਜੇ ਸ਼ਬਦ ਕਨੇਰੇ ਰਾਮ। ਜਿਹੜਾ ਮੇਲ ਮਿਲਾਪ ਏ ਇਹ ਗੁਰਮੁਖਤਾਈ ਦਾ ਕਰਨਾ ਹੈ, ਗੁਰਮੁਖਾਂ ਦੇ ਨਾਲ ਮਿਲਣਾ ਹੈ, ਗੁਰਮੁਖਾਂ ਦੀ ਸੰਗਤ ਕਰਨੀ ਹੈ, ਗੁਰਮੁਖ ਮਿਲ ਰਹੀਏ। ਅਸੀਂ ਜਿਸ ਤਰ੍ਹਾਂ ਦੇ ਪ੍ਰਾਣੀ ਦੇ ਨਾਲ ਮਿਲਾਂਗੇ ਨਾ, ਉਸ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਮੱਤ ਹੈ ਉਹ ਸਾਨੂੰ ਪ੍ਰਭਾਵਿਤ ਜ਼ਰੂਰ ਕਰੇਗੀ। ਸਾਡਾ ਘਰ-ਬਾਰ ਛੱਡ ਕੇ, ਦੁਨੀਆ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਜਾਣ ਦਾ ਜਿਹੜਾ ਰੂਟੀਨ ਬਣਿਆ ਸੀ ਨਾ, ਜਿਹੜਾ ਸੁਭਾਅ ਬਣਿਆ ਸੀ, ਉਹ ਇਹੀ ਦੁੱਖ ਸੀ। ਇਸ ਦੁੱਖ ਕਰਕੇ ਸਾਨੂੰ ਆਪਣੇ ਘਰ-ਬਾਰ ਛੱਡਣੇ ਪਏ, ਸੰਸਾਰ ਨੂੰ ਛੱਡਣਾ ਪਿਆ। ਜੰਗਲਾਂ ਦੇ ਵਿੱਚ, ਗੁਫਾਵਾਂ ਦੇ ਵਿੱਚ, ਪਹਾੜਾਂ ਦੇ ਵਿੱਚ ਸੁੰਨਸਾਨ, ਕਿ ਸਾਨੂੰ ਇਕਾਂਤ ਮਿਲ ਜਾਵੇ, ਅਸੀਂ ਇਕਾਂਤ ਹੋ ਜਾਈਏ। ਕਿਉਂ? ਜੇ ਕਿਸੇ ਨੂੰ ਮਿਲਦੇ ਆ ਉਹ ਗੁਰਮੁਖ ਨਹੀਂ, ਉਹਨੇ ਮਨ ਮੁਖਤਾਈ ਵਾਲੀ ਗੱਲ ਕਰਨੀ ਹੈ। ਤੇ ਮਨ ਦਾ ਸੁਭਾਅ ਜਿਹੜਾ ਇਹ ਪਾਣੀ ਵਰਗਾ ਹੈ। ਪਾਣੀ ਹੈ, ਇਹਨੂੰ ਨੀਵੇਂ ਪਾਸੇ ਜਾਣ ਤੋਂ ਰੋਕਿਆ ਜਾਂਦਾ ਹੈ, ਪਰ ਕਿਹਾ ਨਹੀਂ ਜਾਂਦਾ ਵੀ ਤੂੰ ਇੱਧਰ ਨੂੰ ਜਾ। ਜਿੱਧਰ ਨੂੰ ਨਵਾਨ ਹੋਵੇ ਨਾ, ਪਾਣੀ ਧੱਕੇ ਦੇ ਨਾਲ ਹੀ ਉੱਧਰ ਨੂੰ ਜਾਂਦਾ ਹੈ। ਉਸੇ ਤਰ੍ਹਾਂ ਮਨ ਹੈ ਜਿਹੜਾ, ਇਹ ਧੱਕੇ ਦੇ ਨਾਲ ਹੀ ਨਵਾਨ ਨੂੰ ਜਾਂਦਾ, ਬੁਰਾਈਆਂ ਵਾਲੇ ਪਾਸੇ। ਇਸ ਮੱਤ ਨੂੰ ਬੜੀ ਛੇਤੀ ਗ੍ਰਹਿਣ ਕਰਦਾ ਹੈ, ਇਸ ਪਾਸੇ ਬੜੀ ਛੇਤੀ ਜਾਂਦਾ ਹੈ। ਤੇ ਪਾਣੀ ਨੂੰ ਉੱਚੀ ਥਾਂ ਤੇ ਚੜ੍ਹਾਉਣਾ ਹੋਵੇ ਤੇ ਫਿਰ ਬੜੇ ਬੰਨ ਲਾ ਲਾ ਕੇ, ਕਿਤੇ ਮੋਟਰਾਂ ਦਾ, ਕਿਤੇ ਝੱਟਿਆਂ ਦਾ, ਇਸ ਤਰ੍ਹਾਂ ਕਈ ਇੰਤਜ਼ਾਮ ਕਰਨੇ ਪੈਂਦੇ ਨੇ, ਤੇ ਫਿਰ ਜਾ ਕੇ ਕਿਤੇ ਟਿੱਬੇ ਤੇ ਪਾਣੀ ਚੜ੍ਹਦਾ ਹੈ। ਉਸੇ ਤਰ੍ਹਾਂ ਮਨ ਹੈ ਜਿਹੜਾ, ਇਸ ਨੂੰ ਵੀ ਜਦੋਂ ਉੱਚੇ ਪਾਸੇ ਲੈ ਕੇ ਜਾਣਾ ਹੈ ਨਾ, ਤੇ ਫਿਰ ਭਾਈ ਇਹ ਮਨ ਹੈ ਜਿਹੜਾ, ਇਹਨੂੰ ਵੀ ਗੁਰਮੁਖਾਂ ਦੇ ਵਿੱਚ ਰੱਖਣਾ ਪਏਗਾ, ਤਾਂ ਕਿ ਇਹ ਨਵਾਨ ਵਾਲੇ ਪਾਸੇ ਨਾ ਜਾਵੇ। ਸਤ ਸੰਗਤ, ਗੁਰਮੁਖ ਪਿਆਰੇ ਉਹ ਬੰਨ ਨੇ ਜਿਹੜਾ ਇਹਨੂੰ ਨੀਵੇਂ ਪਾਸੇ ਜਾਣ ਤੋਂ ਰੋਕਦੇ ਨੇ। ਗੁਰਮੁਖ ਮਿਲ ਰਹੀ ਹੈ, ਇਸ ਕਰਕੇ ਸੰਗਤ ਗੁਰਮੁਖਾਂ ਦੀ ਕਰਨੀ ਹੈ। ਘਰ ਵਾਜੇ ਸ਼ਬਦ ਕਨੇਰੇ ਰਾਮ, ਇਸ ਦੇ ਨਾਲ ਲਾਹਾ ਕੀ ਹੋਏਗਾ? ਅਸੀਂ ਜਦੋਂ ਗੁਰੂ ਦੇ ਆਖੇ ਲੱਗ ਕੇ ਅੰਮ੍ਰਿਤ ਵੇਲੇ ਧੰਨ ਗੁਰਬਾਣੀ ਦੇ ਨਾਲ ਜੁੜਾਂਗੇ, ਗੁਰੂ ਜੀ ਦੀ ਸੰਗਤ ਵਿੱਚ ਆਵਾਂਗੇ, ਸਾਰਾ ਦਿਨ ਸੰਗਤ ਹੈ ਜਿਹੜੀ ਉਹ ਗੁਰਮੁਖਾਂ ਦੀ ਕਰਾਂਗੇ, ਫਿਰ ਸਾਡੇ ਸਰੀਰ ਦੇ ਵਿੱਚ ਸੱਚੇ ਸਤਿਗੁਰ ਦਾ ਪਾਵਨ ਸ਼ਬਦ ਜਿਹੜਾ ਅਨਾਹਦ ਉਹ ਵਜਨਾ ਕਰੇਗਾ। ਅਸੀਂ ਉਸ ਦਾ ਆਨੰਦ ਮਾਣਾਂਗੇ। ਕਿੰਨਾ ਕੁ ਕਨੇਰੇ, ਕਨੇਰੇ ਦਾ ਅਰਥ ਹੁੰਦਾ ਬਹੁਤ ਜ਼ਿਆਦਾ, ਇਤਨਾ ਜ਼ਿਆਦਾ ਜਿਸ ਨੂੰ ਨਾਪਿਆ ਜਾਂ ਤੋਲਿਆ ਨਾ ਜਾ ਸਕੇ, ਉਹਨੂੰ ਕਨੇਰਾ ਜ਼ਿਆਦਾ ਆਖਿਆ ਜਾਂਦਾ ਹੈ। ਸ਼ਬਦ ਕਨੇਰੇ ਰਾਮ, ਉਸ ਪ੍ਰਭੂ ਪਰਮਾਤਮਾ ਦਾ ਸ਼ਬਦ ਹੈ ਜਿਹੜਾ, ਉਹ ਸਾਨੂੰ ਆਨੰਦ ਬਖਸ਼ੇਗਾ ਜੀ। ਸ਼ਬਦ ਕਨੇਰੇ ਹਰ ਪ੍ਰਭ ਤੇਰੇ, ਤੂੰ ਕਰਤਾ ਸਭ ਥਾਈ। ਸ਼ਬਦ ਕਨੇਰੇ, ਹੈ ਮੇਰੇ ਸੱਚੇ ਸਤਿਗੁਰ ਜੀ, ਤੇਰੇ ਸ਼ਬਦ ਦੇ ਨਾਲ ਬੜੇ ਆਨੰਦ ਬੱਝਣਗੇ। ਹਰ ਪ੍ਰਭ ਨੇਰੇ, ਇੱਥੇ ਨਾ ਪ੍ਰਿੰਟ ਦੇ ਵਿੱਚ ਗਲਤੀ ਹੋਈ ਹੈ, 775 ਅੰਗ ਹੈ, ਸ਼ੁੱਧ ਪਾਠ ਹੈ ਨੇਰੇ। ਤੂੰ ਕਰਤਾ ਸਭ ਥਾਈ, ਇਹ ਕਈ ਮਹਾਰਾਜ ਦੇ ਸਰੂਪ ਨੇ, ਉਹਨਾਂ ਦੇ ਵਿੱਚ ਨਾ ਪ੍ਰਿੰਟ ਦੇ ਵਿੱਚ ਜਿਹੜੀ ਗਲਤੀ ਹੋ ਗਈ ਹੈ ਨਾ, ਉਹਨੂੰ ਸੁਧਾਰਦੇ ਨਹੀਂ। ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ ਫਿਰ ਉਹ ਪਾਠ ਹੀ ਬਣ ਜਾਂਦਾ ਹੈ। ਫਿਰ ਕਈਆਂ ਥਾਵਾਂ 'ਤੇ ਲਿਖਣਾ ਪੈਂਦਾ ਪਾਠਾਂਤਰ, ਵੀ ਇਹ ਵੀ ਪਾਠ ਹੈਗਾ। ਹੁਣ ਸਾਰੇ ਕਰਨ ਲੱਗ ਗਏ ਨੇ ਤੇ ਪ੍ਰਚਲਿਤ ਹੋ ਗਿਆ ਹੈ। ਤੇ ਜਿਹੜੇ ਨਵੇਂ ਆਉਣਗੇ ਉਹਨਾਂ ਨੂੰ ਜਦੋਂ ਅਸੀਂ ਦੱਸਾਂਗੇ ਤੇ ਫਿਰ ਉਹ ਆਖਣਗੇ, ਬਾਬਾ ਜੀ ਇਤਨੇ ਮਹਾਰਾਜ ਦੇ ਸਰੂਪ ਪਿੱਛੇ ਤੱਕ ਅਸੀਂ ਪੜ੍ਹੇ ਨੇ, ਤੇ ਉਹਨਾਂ 'ਚ ਤਾਂ ਤੇਰੇ ਹੀ ਲਿਖੇ ਹੈ, ਤੁਸੀਂ ਨੇਰੇ ਵਾਲੇ ਕਿੱਥੋਂ ਆ ਗਏ? ਫਿਰ ਦਮਦਮਾ ਸਾਹਿਬ ਧੰਨ ਬਾਬਾ ਦੀਪ ਸਿੰਘ ਜੀ ਦੇ, ਭਾਈ ਮਨੀ ਸਿੰਘ ਜੀ ਦੇ ਹੱਥਾਂ ਦੀ ਬੀੜ, ਉੱਥੇ ਤੱਕ ਸਾਨੂੰ ਜਾਣਾ ਪੈਣਾ। ਫਿਰ ਉੱਥੇ
ਜਾ ਕੇ ਇਸ ਗੱਲ ਦਾ ਪਤਾ ਲੱਗਦਾ ਹੈ। ਸ਼ਬਦ ਕਨੇਰੇ ਹਰ ਪ੍ਰਭ ਨੇਰੇ। ਅਸੀਂ ਸਹਿਜ ਪਾਠ ਕਰਵਾਉਂਦੇ ਹਾਂ, ਅਖੰਡ ਪਾਠ ਸਾਹਿਬ ਕਰਵਾਉਂਦੇ ਹਾਂ। ਪਹਿਲੋਂ ਜਦੋਂ ਗੁਰਮੁਖ ਪਿਆਰੇ ਆਪਣੇ ਘਰ ਦੇ ਵਿੱਚ 2, 4, 5, 10 ਸਾਲਾਂ ਤੋਂ ਇੱਕ ਸਹਿਜ ਪਾਠ ਕਰਵਾ ਲੈਂਦਾ ਸੀ ਨਾ, ਤੇ ਉਹਦੇ ਘਰ ਦੀਆਂ ਖੁਸ਼ੀਆਂ ਦਾ ਅੰਤ ਹੀ ਨਹੀਂ ਸੀ ਰਹਿੰਦਾ। ਕਾਰਨ ਕੀ ਸੀ? ਮਹਾਰਾਜ ਦੇ ਸਰੂਪ ਨੇ ਜਿਹੜੇ ਇਹਨਾਂ ਦੇ ਛਾਪੇ ਬੜੇ ਸ਼ੁੱਧ ਸਨ। ਬੜਾ ਡਰ ਕੇ ਛਪਾਈ ਕੀਤੀ ਜਾਂਦੀ ਸੀ ਵੀ ਕਿਤੇ ਕੋਈ ਲੱਗ ਕਰਨਾ ਨਾ ਰਹਿ ਜਾਵੇ। ਸ਼ੁੱਧ ਪਾਠ ਹੁੰਦਾ ਸੀ। ਗ੍ਰੰਥੀ ਸਿੰਘ ਸਨ ਜਿਹੜੇ, ਉਹ ਵੀ ਭਾਈ ਇਸ ਤਰ੍ਹਾਂ ਸ਼ੁੱਧ ਪਾਠ ਕਰਨ ਵਾਲੇ ਸੰਥਿਆ ਕੀਤੀ ਹੋਈ ਸੀ। ਸੰਤ ਬਾਬਾ ਜਰਨੈਲ ਸਿੰਘ ਜੀ ਦੇ ਕੋਲ ਇੱਕ ਗੁਰਮੁਖ ਪਰਿਵਾਰ ਆਇਆ ਤੇ ਬੱਚਾ ਛੋਟਾ ਜਿਹਾ ਸੀ, 8-10 ਸਾਲ ਦਾ ਸੀ। ਉਸ ਬੱਚੇ ਨੂੰ ਕੈਂਸਰ ਦੀ ਬਿਮਾਰੀ ਸੀ ਤੇ ਸੰਤਾਂ ਕੋਲ ਆਏ, ਆਣ ਕੇ ਬੇਨਤੀ ਕੀਤੀ ਵੀ ਇਸ ਤਰ੍ਹਾਂ ਸਾਰੇ ਪਾਸੋਂ ਜਵਾਬ ਮਿਲ ਗਿਆ ਤੇ ਬੱਚਾ ਕੀ ਕਿਵੇਂ ਕਰੀਏ। ਸੰਤਾਂ ਨੇ ਆਖਿਆ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਕੇ ਅਰਦਾਸਾਂ ਬੇਨਤਾਂ ਕਰਦੇ ਹਾਂ ਗੁਰੂ ਜੀ ਦੇ ਅੱਗੇ, ਪਰ ਸ਼ਰਤ ਇਹ ਹੈ ਗ੍ਰੰਥੀ ਸਿੰਘ ਉਹ ਲੱਗਣ ਜਿਨ੍ਹਾਂ ਨੇ ਟਕਸਾਲ 'ਚੋਂ ਸੰਥਿਆ ਕਰਾਈਏ ਤੇ 25 ਵਾਰੀ ਆਪਣੀ ਸੰਥਿਆ ਨੂੰ ਪੜ੍ਹਿਆ। ਫਿਰ ਇਸ ਤਰ੍ਹਾਂ ਦੇ ਸਿੰਘ ਲੱਭੇ, ਉਹਨਾਂ ਨੇ ਪਾਠ ਕੀਤਾ ਤੇ ਬੱਚਾ ਰਾਜੀ ਹੋ ਗਿਆ ਸੀ। ਕੈਂਸਰ ਦੀ ਬਿਮਾਰੀ ਜੋ ਸਾਰੀਆਂ ਦੇਸ਼ਾਂ ਵਿਦੇਸ਼ਾਂ 'ਚੋਂ, ਬੜਾ ਅਮੀਰ ਪਰਿਵਾਰ ਸੀ, ਥੋੜ੍ਹਾ ਮੈਨੂੰ ਨਾਮ ਵਿਸਰ ਗਏ, ਮਹਾਂਪੁਰਸ਼ਾਂ ਦੇ ਜੀਵਨ ਦੇ ਵਿੱਚ ਆਉਂਦਾ, ਸੰਤ ਬਾਬਾ ਜਰਨੈਲ ਸਿੰਘ ਜੀ ਦੇ ਜੀਵਨ ਵਿੱਚ ਆਉਂਦਾ ਹੈ। ਇਹ ਘਟਨਾ ਇਸ ਤਰ੍ਹਾਂ ਵਾਪਰੀ। ਹੁਣ ਜਿਹਨੇ 25 ਵਾਰੀ ਸੰਥਿਆ ਪੜ੍ਹੀ ਉਹ ਇੱਥੇ ਨੇਰੇ ਪਾਠ ਕਰੂਗਾ, ਤੇਰੇ ਨਹੀਂ ਕਰੂਗਾ। ਭਾਵੇਂ ਪ੍ਰਿੰਟ ਦੇ ਵਿੱਚ ਛਾਪੇ ਦੇ ਵਿੱਚ ਗਲਤੀ ਹੋਈ ਗਈ ਹੈ ਨਾ, ਉਹ ਇੱਥੇ ਤੇਰੇ ਨਹੀਂ ਕਰੇਗਾ, ਨੇਰੇ ਹੀ ਕਰੇਗਾ। ਇਸ ਵਾਸਤੇ ਮਹਾਂਪੁਰਸ਼ਾਂ ਨੇ ਆਖਿਆ ਸੀ ਵੀ ਉਹ ਗੁਰਮੁਖ ਪਿਆਰੇ ਆ ਲੱਗਣ ਪਾਠ ਦੇ ਵਿੱਚ ਜਿਨ੍ਹਾਂ ਨੇ ਟਕਸਾਲ 'ਚੋਂ ਸੰਥਿਆ ਕੀਤੀ ਹੈ ਤੇ ਮਿਹਨਤ ਕੀਤੀ ਹੈ। ਤੇ ਅੱਜ ਕੱਲ੍ਹ ਦੇ ਬੱਚੇ ਨੇ ਸਾਡੇ ਕੋਲ ਰਹਿੰਦੇ ਨੇ ਨਾ, ਜਿੰਨਾ ਚਿਰ ਮੈਂ ਇਹਨਾਂ ਕੋਲ ਵੱਝ ਕੇ ਬੈਠਾ ਰਹਿੰਦਾ ਨਾ, ਉਹਨਾਂ ਚਿਰ ਪੜ੍ਹਦੇ ਨੇ। ਉਦੋਂ ਬਾਅਦ ਫਿਰ ਪੋਥੀਆਂ ਪ੍ਰਕਾਸ਼ ਹੁੰਦੀਆਂ ਨੇ ਤੇ ਦੇ ਤੇਰੇ ਦੀ ਲੈ ਤੇਰੇ ਦੀ, ਬਸ ਗੱਲਾਂ ਬਾਤਾਂ ਕਰੀ ਜਾਂਦੇ ਨੇ, ਇੱਕ ਦੂਜੇ ਨਾਲ ਬੋਲੀ ਚਾਲੀ ਤਾਂ ਬੜਾ ਜਾਂਦੇ ਨੇ, ਬਾਣੀ ਨਹੀਂ ਪੜ੍ਹਦੇ। ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸ਼ਬਦ ਕਨੇਰੇ, ਇਹਦਾ ਅਰਥ ਬਣਦਾ ਤੇਰੇ ਬੜੇ ਸ਼ਬਦ ਦਾ ਆਨੰਦ ਆਉਂਦਾ। ਹਰ ਪ੍ਰਭ ਨੇਰੇ, ਤੇ ਤੂੰ ਸ਼ਬਦ ਦੇ ਨਾਲ ਹੀ ਨੇੜੇ ਹੁੰਦਾ ਹੈ। ਹੁਣ ਜੇ ਤੇਰੇ ਕਰਾਂਗੇ ਨਾ ਪਾਠ ਤੇ ਅਰਥ ਨਹੀਂ ਬਣੇਗਾ। ਸ਼ਬਦ ਕਨੇਰੇ ਹਰ ਪ੍ਰਭ ਨੇਰੇ, ਇਹ ਮੇਰੇ ਵਾਹਿਗੁਰੂ ਤੂੰ ਨੇੜੇ ਕਿਵੇਂ ਹੁੰਦਾ? ਸ਼ਬਦ ਦੀ ਕਮਾਈ ਦੇ ਨਾਲ। ਤੂੰ ਕਰਤਾ ਸਭ ਥਾਈਂ, ਤੂੰ ਹੈਗਾ ਤਾਂ ਸਾਰੀਆਂ ਥਾਵਾਂ ਤੇ ਹੈ, ਤੂੰ ਹੈਗਾ ਤਾਂ ਸਾਰੀਆਂ ਥਾਵਾਂ ਤੇ ਹੈ। ਇਹ ਨਹੀਂ ਵੀ ਕੋਈ ਸਰੀਰ ਖਾਲੀ ਹੈ, ਕਿਸੇ ਸਰੀਰ ਦੇ ਵਿੱਚ ਨਹੀਂ ਹੈਗਾ, ਪਰ ਉਸ ਦੇ ਨੇੜੇ ਹੈ ਤੂੰ ਜਿਹਨੇ ਸ਼ਬਦ ਦੀ ਕਮਾਈ ਕੀਤੀ ਹੈ। ਹੁਣ ਇਹਨੂੰ ਇਸ ਤਰ੍ਹਾਂ ਸਮਝ ਲਓ, ਆਪਾਂ ਸਾਰੇ ਗੁਰਮੁਖ ਪਿਆਰੇ ਹਾਂ ਤੇ ਸਾਰਿਆਂ ਦੇ ਨਾਲ ਆਪਣੀ ਬਣਦੀ ਨਹੀਂ ਹੁੰਦੀ। ਧੰਨ ਗੁਰੂ 10ਵੇਂ ਪਾਤਸ਼ਾਹ ਦੀ ਵੀ ਸਾਰਿਆਂ ਨਾਲ ਨਹੀਂ ਸੀ ਬਣਦੀ। ਮੈਂ ਤਾਂ ਫਿਰ ਇਸ ਤਰ੍ਹਾਂ ਸੋਚ ਲੈਣਾ ਵੀ ਜਦੋਂ ਗੁਰੂ ਮਹਾਰਾਜ ਜੀ ਦੇ ਨਾਲ ਸਾਰਿਆਂ ਦੀ ਨਹੀਂ ਬਣਦੀ, ਉਹਨਾਂ ਨਾਲ ਈਰਖਾ ਕਰਦੇ ਰਹੇ। ਹੁਣ ਪਹਾੜੀ ਰਾਜਿਆਂ ਦੀ ਗੁਰੂ ਮਹਾਰਾਜ ਦੇ ਨਾਲ ਕਾਹਦੀ ਈਰਖਾ ਸੀ? ਇਹ ਈਰਖਾ ਸੀ ਵੀ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੇ ਪਾਸ ਪ੍ਰਸ਼ਾਦੀ ਹਾਥੀ ਹੈ, ਗੁਰੂ ਮਹਾਰਾਜ ਜੀ ਦੇ ਪਾਸ 5 ਕਲਾ ਸ਼ਸਤਰ ਹੈ, ਗੁਰੂ ਮਹਾਰਾਜ ਜੀ ਦੇ ਪਾਸ ਚੰਦਨ ਦੀ ਚੌਂਕੀ ਹੈ। ਇਹ ਸਾਡੇ ਕੋਲ ਕਿਉਂ ਨਹੀਂ? ਅਸੀਂ ਰਾਜੇ ਹਾਂ, ਉਹ ਇੱਕ ਫਕੀਰ ਹੈ, ਸਾਧੂ ਹੈ, ਨਹੀਂ ਸੀ ਬਣਦੀ। ਸਾਰਿਆਂ ਦੇ ਨਾਲ ਨਹੀਂ ਬਣਦੀ, ਤੇ ਜਿਹਦੇ ਨਾਲ ਨਹੀਂ ਬਣਦੀ ਉਹ ਸਾਡੇ ਕੋਲ ਵੀ ਬੈਠਾ ਹੋਵੇ ਤੇ ਅਸੀਂ ਕਹਿ ਨਹੀਂ ਸਕਦੇ ਮੇਰੇ ਨੇੜੇ ਹੈ। ਜਿਹਦੇ ਨਾਲ ਬਣਦੀ ਹੁੰਦੀ ਏ, ਜਿਹੜਾ ਰਿਸ਼ਤੇਦਾਰ ਸੱਜਣ ਮਿੱਤਰ ਹੁੰਦਾ ਨਾ, ਉਹਨੂੰ ਅਸੀਂ ਕਹਿ ਦਿੰਦੇ ਹਾਂ ਸਾਡੇ ਬੜਾ ਨੇੜੇ ਹੈ, ਬੜਾ ਕਲੋਜ਼ ਏ, ਸਾਡੇ ਨਾਲ ਸਾਰੇ ਦੁੱਖ ਸੁੱਖ ਕਰਦਾ। ਇਹ ਸਮਝ ਲੈਣਾ ਹੈ ਸਾਰਿਆਂ ਦੇ ਕੋਲ, ਦੂਰ ਕਿਸੇ ਤੋਂ ਵੀ ਨਹੀਂ, ਪਰ ਉਹਦੀ ਇਸ ਤਰ੍ਹਾਂ ਨੇੜੇ ਹੈ ਵੀ ਉਹਦੀ ਗੱਲ ਨੂੰ ਉਹ ਵਾਹਿਗੁਰੂ ਪਰਮਾਤਮਾ ਉਹਦੀ ਅਰਦਾਸ ਨੂੰ ਉਹ ਸੁਣਦਾ ਹੈ, ਆਪਣਾ ਜਾਣ ਕੇ, ਆਪਣਾ ਕਰਕੇ ਨੇੜੇ। ਨੇੜੇ ਤੇ ਦੂਜਿਆਂ ਦੇ ਵੀ ਹੈ, ਦੂਜਿਆਂ ਤੋਂ ਦੂਰ ਨਹੀਂ, ਪਰ ਦੂਜਿਆਂ ਨੇ ਆਪ ਉਹਦੇ ਤੋਂ ਦੂਰੀ ਬਣਾ ਲਈ ਏ। ਕਿਉਂ? ਉਹਦੇ ਨਾਮ ਨੂੰ ਨਹੀਂ ਜਪਦੇ, ਮਰਿਆਦਾ ਨੂੰ ਤੋੜਦੇ ਨੇ, ਕਾਨੂੰਨ ਨੂੰ, ਨਿਯਮ ਨੂੰ ਭੰਗ ਕਰਦੇ ਨੇ, ਇਸ ਕਰਕੇ ਉਹਨਾਂ ਨੇ ਆਪਣੀ ਦੂਰੀ ਬਣਾ ਲਈ ਏ, ਨੇੜਤਾ ਹੀ ਖਤਮ ਹੋ ਗਈ ਏ। ਸ਼ਬਦ ਕਨੇਰੇ ਹੈ ਮੇਰੇ ਪਰਮਾਤਮਾ ਸੱਚੇ ਸਤਿਗੁਰ ਜੀ, ਤੇਰੇ ਸ਼ਬਦ ਦਾ ਆਨੰਦ ਬੜਾ ਹੈ। ਹਰ ਪ੍ਰਭ ਨੇੜੇ, ਤੂੰ ਸਾਡੇ ਹੈਗਾ ਨੇੜੇ ਹੈ, ਸ਼ਬਦ ਦੀ ਕਮਾਈ ਦੇ ਨਾਲ। ਤੂੰ ਕਰਤਾ ਸਭ ਥਾਈਂ, ਹੈਗਾ ਸਾਰੀਆਂ ਥਾਵਾਂ ਤੇ, ਜਿਹਨੇ ਸ਼ਬਦ ਦੀ ਕਮਾਈ ਕਰ ਲਈ ਉਹਦੇ ਬੜਾ ਨੇੜੇ ਹੋ ਕੇ ਰਹਿੰਦਾ ਹੈ ਜੀ। ਅਹਨਿਸ ਜਪੀ ਸਦਾ ਸਾਲਾਹੀ, ਸਾਚ ਸ਼ਬਦ ਲਿਵ ਲਾਈ। ਅਹਨਿਸ ਕਹਿੰਦੇ ਨੇ ਦਿਨ ਤੇ ਰਾਤ ਨੂੰ, ਅਹਨਿਸ ਜਪੀ ਦਿਨ ਤੇ ਰਾਤ ਉਹਨੂੰ ਅਸੀਂ ਜਪਣਾ ਕਰੀਏ। ਸਦਾ ਲਿਵ ਲਾਈ, ਸਦਾ ਸਲਾਹੀ, ਤੇ ਸਦਾ ਉਹਨੂੰ ਪਰਮਾਤਮਾ ਨੂੰ ਅਸੀਂ ਸਲਾਹੁਣਾ ਕਰੀਏ। ਅਹਨਿਸ ਜਪੀ
ਦਿਨ ਤੇ ਰਾਤ ਉਹਦਾ ਜਾਪ ਕਰੀਏ, ਸਦਾ ਸਲਾਹੀ ਤੇ ਉਹਨੂੰ ਸਲਾਹੁੰਦੇ ਰਹੀਏ, ਵਡਿਆਈਆਂ ਕਰਦੇ ਰਹੀਏ ਉਹਦੀਆਂ। ਸਾਚ ਸ਼ਬਦ ਲਿਵ ਲਾਈ, ਵਡਿਆਈਆਂ ਕਿਵੇਂ ਕਰਨੀਆਂ ਨੇ? ਉਹਦੇ ਸੱਚੇ ਸ਼ਬਦ ਦੇ ਨਾਲ ਪ੍ਰੀਤ ਲਾ ਕੇ, ਪ੍ਰੇਮ ਲਾ ਕੇ। ਅਹਨਿਸ ਜਪੀ, ਦਿਨ ਤੇ ਰਾਤ ਉਸ ਦੇ ਨਾਮ ਨੂੰ ਜਪਣਾ ਹੈ, ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ। ਸਦਾ ਸਲਾਹੀ, ਉਹਦੀਆਂ ਸਲੋਤਾ ਕਰਨੀਆਂ ਨੇ, ਉਹਦੀਆਂ ਵਡਿਆਈਆਂ ਕਰਨੀਆਂ ਨੇ। ਕਿਵੇਂ? ਜਦੋਂ ਪ੍ਰਮਾਤਮਾ ਸਾਨੂੰ ਕੋਈ ਦਾਤ ਦਿੰਦਾ ਨਾ, ਅਸੀਂ ਉਹਦੀ ਵਡਿਆਈ ਕਰੀਏ। ਇਹ ਸੱਚੇ ਸਤਿਗੁਰ ਤੂੰ ਕਿਰਪਾ ਕੀਤੀ ਏ, ਮੈਂ ਇਤਨੇ ਯੋਗਾ ਨਹੀਂ ਸੀ, ਅੱਜ ਉਹ ਤੂੰ ਮੈਨੂੰ ਦਾਤ ਦੇ ਦਿੱਤੀ ਏ। ਤੇਰਾ ਕੀਤਾ ਜਾਤੋ ਨਹੀਂ, ਮੈਨੂੰ ਯੋਗ ਕੀਤੋਈ। ਇੱਥੇ ਯੋਗ ਦਾ ਅਰਥ ਹੈ ਮੈਨੂੰ ਇੰਨੇ ਯੋਗਾ ਬਣਾ ਦਿੱਤਾ ਤੂੰ, ਮੈਨੂੰ ਇੰਨੇ ਯੋਗਾ ਕਰ ਦਿੱਤਾ ਤੂੰ। ਆਪਾਂ ਕਹਿ ਦਿੰਦੇ ਨਾ ਮੈਂ ਇੰਨੇ ਯੋਗਾ ਨਹੀਂ ਸੀ, ਭੈਣਾਂ ਭਰਾਵਾਂ ਦੇ ਸਿਰ ਤੇ ਇੰਨੇ ਯੋਗਾ ਹੋ ਗਿਆ। ਉਵੇਂ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦਾ ਸ਼ੁਕਰਾਨਾ ਕਰਦੇ ਨੇ, ਉਹਦੀ ਸਲੋਤਾ ਕਰਦੇ ਨੇ, ਵਡਿਆਈ ਕਰਦੇ ਨੇ। ਜਦੋਂ ਅਸੀਂ ਕਹਿੰਦੇ ਹਾਂ ਨਾ ਮੈਂ ਇੰਨੇ ਯੋਗਾ ਨਹੀਂ ਸੀ, ਮੇਰੇ ਭੈਣਾਂ ਭਰਾਵਾਂ ਨੇ ਮੈਨੂੰ ਇੰਨੇ ਯੋਗਾ ਕਰ ਦਿੱਤਾ, ਉਦੋਂ ਅਸੀਂ ਆਪਣੇ ਭੈਣਾਂ ਭਰਾਵਾਂ ਦੀ ਸਲਾਹਤਾ ਕਰਦੇ ਹਾਂ, ਵਡਿਆਈ ਕਰਦੇ ਹਾਂ ਵੀ ਸਾਡੇ ਚੰਗੇ ਨੇ। ਹੁਣ ਅਸੀਂ ਪ੍ਰਭੂ ਪਰਮਾਤਮਾ ਦੀ ਵਡਿਆਈ ਕਰਨੀ ਹੈ। ਕਿਵੇਂ ਕਰਨੀ ਹੈ? ਤੇਰਾ ਕੀਤਾ ਜਾਤੋ ਨਹੀਂ, ਤੂੰ ਮੇਰੇ ਤੇ ਜਿਹੜਾ ਪਰਉਪਕਾਰ ਕੀਤਾ ਨਾ, ਮੇਰੇ ਤੇ ਜਿਹੜਾ ਭਲਾ ਕੀਤਾ ਹੈ, ਜਾਤੋ ਨਹੀਂ, ਮੈਨੂੰ ਪਤਾ ਹੀ ਨਹੀਂ ਲੱਗਿਆ, ਮੇਰੇ ਤੋਂ ਜਾਣਿਆ ਹੀ ਨਹੀਂ ਗਿਆ। ਮੈਨੂੰ ਯੋਗ ਕੀਤੋ ਹੀ ਤੂੰ ਮੈਨੂੰ ਇੰਨੇ ਯੋਗਾ ਕਰ ਲਿਆ, ਤੂੰ ਮੈਨੂੰ ਇੰਨੇ ਯੋਗਾ ਕਰ ਲਿਆ। ਤੇ ਕੀਤਾ ਕਿਵੇਂ? ਤਰਸ ਪਿਆ ਮੇਹ ਰਾਮਤ ਹੋਈ, ਤੈਨੂੰ ਮੇਰੇ ਤੇ ਤਰਸ ਪੈ ਗਿਆ, ਤੂੰ ਮੇਰੇ ਤੇ ਤਰਸ ਖਾਦਾ ਹੈ ਤੇ ਮੇਰੇ ਤੇ ਤੇਰੀ ਮਿਹਰ ਹੈ ਜਿਹੜੀ ਉਹ ਆਣ ਕੇ ਹੋ ਗਈ ਹੈ। ਇਸ ਤਰ੍ਹਾਂ ਹੁੰਦੀਆਂ ਵਡਿਆਈਆਂ ਕਰਨੀਆਂ ਨੇ। ਇਹਨੂੰ ਸਲੋਤਾ ਕਹਿੰਦੇ ਨੇ, ਇਹਨੂੰ ਕਹਿੰਦੇ ਨੇ ਵਡਿਆਉਣਾ। ਤੇ ਸਾਡੇ ਕੋਲ ਜਦੋਂ ਕੋਈ ਚੰਗੀ ਚੀਜ਼ ਆ ਜਾਵੇ ਤੇ ਇਹ ਮੈਂ ਲੈ ਕੇ ਆਇਆ, ਮੈਂ ਖਰੀਦੀ ਹੈ, ਮੈਂ ਕਮਾਈ ਕੀਤੀ ਹੈ, ਬਰਕਤ ਤਾਂ ਉਹਨੇ ਪਾਈ ਹੈ ਨਾ। ਬਰਕਤ ਜੋ ਨਾ ਪਾਉਂਦਾ ਤੇ ਫਿਰ ਇਹ ਨਹੀਂ ਸੀ ਹੋਣਾ। ਐਨਿਸ ਜਪੀ, ਨਾਮ ਵੀ ਜਪਣਾ, ਦਾਤਾਂ ਉਹਦੀਆਂ ਨੇ, ਉਹਨਾਂ ਨੂੰ ਵਰਤਣਾ, ਭੋਗਣਾ ਤੇ ਵਡਿਆਈ ਉਸ ਦੀ ਕਰਨੀ ਹੈ। ਸਾਚ ਸ਼ਬਦ ਲਿਵ ਲਾਈ, ਗੁਰੂ ਜੀ ਦਾ ਜਿਹੜਾ ਸੱਚਾ ਸ਼ਬਦ ਹੈ ਨਾ, ਇੱਥੇ ਸ਼ਬਦ ਦਾ ਅਰਥ ਹੁਣ ਉਪਦੇਸ਼ ਬਣ ਗਿਆ, ਉਹਦੇ ਨਾਲ ਪ੍ਰੀਤ ਲਾ ਕੇ ਰੱਖਣੀ। ਜਿਵੇਂ ਅੱਜ ਦਾ ਗੁਰੂ ਜੀ ਦਾ ਸੱਚਾ ਉਪਦੇਸ਼ ਕਿਹੜਾ ਹੈ? ਆਵੋ ਸੰਤ ਜਨੋ ਗੁਣ ਗਾਵੈ, ਇੱਥੋਂ ਹੀ ਚੱਲੇ ਹਾਂ ਨਾ ਆਪਾਂ। ਆਵੋ ਸੰਤ ਜਨੋ ਗੁਣ ਗਾਵੇ, ਆਓ ਗੁਰਮੁਖ ਪਿਆਰਿਓ ਸੰਤੋ ਮਹਾਂਪੁਰਸ਼ੋ, ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਇਨ ਕਰੀਏ। ਗੋਬਿੰਦ ਕੇਰੇ ਰਾਮ, ਮੇਰੇ ਪ੍ਰਭੂ ਪਰਮਾਤਮਾ ਦੇ, ਜਿਨ੍ਹਾਂ ਨੇ ਇਸ ਸ਼ਬਦ ਨੂੰ, ਇਸ ਤੁਕ ਨੂੰ ਮੰਨ ਲਿਆ, ਉਹਨਾਂ ਦੀ ਇਸ ਗੁਰੂ ਜੀ ਦੇ ਸ਼ਬਦ ਦੇ ਨਾਲ ਨਾ ਪ੍ਰੀਤ ਹੋ ਗਈ ਹੈ। ਇਸ ਤਰ੍ਹਾਂ ਪ੍ਰੇਮ ਹੋ ਜਾਂਦਾ ਹੈ ਜੀ। ਅਨ ਦਿਨ ਸਹਿਜ ਰਹਿ ਰੰਗ ਰਾਤਾ, ਰਾਮ ਨਾਮ ਰਿਦ ਪੂਜਾ। ਜਿਹੜਾ ਗੁਰਮੁਖ ਪਿਆਰਾ ਦਿਨ ਤੇ ਰਾਤ ਸਹਿਜ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੇ ਵਿੱਚ ਰੰਗਿਆ ਰਹਿੰਦਾ ਹੈ। ਸਹਿਜ ਦੇ ਵਿੱਚ ਕਿਵੇਂ ਰਹਿਣਾ ਹੈ? ਕਾਹਲੇ ਨਹੀਂ ਪੈਣਾ, ਮਨ ਦੇ ਵਿੱਚ ਕਾਹਲਾਪਣ ਨਹੀਂ ਆਉਣਾ ਚਾਹੀਦਾ, ਮਨ ਦੇ ਵਿੱਚ ਘਬਰਾਹਟ ਨਹੀਂ ਆਉਣੀ ਚਾਹੀਦੀ। ਇਹਨੂੰ ਕਹਿੰਦੇ ਨੇ ਸਹਿਜ ਦੇ ਵਿੱਚ ਰਹਿਣਾ। ਅਣ ਦਿਨ ਸਹਿਜ ਰਹੇ ਰੰਗ ਰਾਤਾ। ਆ ਵੇਖਿਆ ਗਿਆ ਹੈ, ਮੇਰੇ ਨਾਲ ਵੀ ਕਈ ਵਾਰੀ ਇਸ ਤਰ੍ਹਾਂ ਦਾ ਹੋ ਜਾਂਦਾ, ਕਿਉਂਕਿ ਸਰੀਰ ਇਹ ਸੁਭਾਅ ਹੈ। ਕਈ ਵਾਰੀ ਕੋਈ ਗੱਲ ਕਹਿ ਦਿੰਦਾ ਤੇ ਕੋਈ ਅਸਰ ਹੀ ਨਹੀਂ ਹੁੰਦਾ। ਕਈ ਵਾਰੀ ਕੋਈ ਮਾੜੀ ਜੀ ਗੱਲ ਕਹਿ ਦਿੰਦਾ ਨਾ ਤੇ ਲਾਲ ਪੀਲਾ ਮੈਂ ਵੀ ਹੋ ਜਾਂਦਾ, ਬੜਾ ਗੁੱਸਾ ਚੜ ਜਾਂਦਾ ਹੈ। ਇਹਨੂੰ ਇਹ ਸਹਿਜ ਨਹੀਂ ਹੈਗਾ। ਜੇ ਇਸ ਤਰ੍ਹਾਂ ਲਾਲ ਪੀਲਾ ਨਹੀਂ ਹੁੰਦਾ, ਗੁੱਸਾ ਨਹੀਂ ਚੜਦਾ ਨਾ, ਫਿਰ ਸਹਿਜ ਹੈਗਾ ਹੈ। ਅਣ ਦਿਨ ਸਹਿਜ ਰਹੇ ਰੰਗ ਰਾਤਾ, ਦਿਨ ਤੇ ਰਾਤ ਸਹਿਜ ਦੇ ਵਿੱਚ ਰਹਿਣਾ ਹੈ। ਗੁੱਸੇ ਦੇ ਵਿੱਚ ਨਹੀਂ ਆਉਣਾ, ਕ੍ਰੋਧ ਦੇ ਵਿੱਚ ਨਹੀਂ ਆਉਣਾ ਤੇ ਉਸ ਪ੍ਰਭੂ ਪਰਮਾਤਮਾ ਦੇ ਪ੍ਰੇਮ ਰਸ ਦੇ ਵਿੱਚ ਰੰਗੇ ਰਹਿਣਾ ਹੈ। ਰਾਮ ਨਾਮ ਰਿਦ ਪੂਜਾ, ਤੇ ਪੂਜਾ ਕਿਹਦੀ ਕਰਨੀ ਹੈ? ਪ੍ਰਭੂ ਪਰਮਾਤਮਾ ਦੀ, ਸੱਚੇ ਸਤਿਗੁਰ ਦੇ ਨਾਮ ਦੀ ਪੂਜਾ ਕਰਨੀ। ਇਹ ਪੂਜਾ ਕਰਨੀ ਕੀ ਹੈ? ਜਿਵੇਂ ਕੋਈ ਗੁਰਸਿੱਖ ਹੈ, ਅਸੀਂ ਉਹਨੂੰ ਆਪਣੇ ਘਰ ਲੈ ਗਏ ਹਾਂ, ਚੰਗਾ ਸਤਿਕਾਰਯੋਗ ਹੈ, ਨਾਮ ਜਪਦਾ, ਭਜਨ ਬੰਦਗੀ ਕਰਦਾ ਹੈ, ਇੱਕ ਤਰ੍ਹਾਂ ਦਾ ਮੰਨ ਲਓ ਸੰਤ ਸਰੂਪ ਹੀ ਹੋ ਗਿਆ ਹੈ। ਘਰੇ ਲਿਜਾ ਕੇ ਅਸੀਂ ਉਹਦੇ ਪੈਰ ਧੋਤੇ ਨੇ, ਉਹਦਾ ਸਤਿਕਾਰ ਕੀਤਾ ਹੈ, ਉਹਨੂੰ ਸੋਹਣਾ ਮੰਜਾ ਬਿਸਤਰਾ ਦਿੱਤਾ ਬੈਠਣ ਨੂੰ, ਪ੍ਰਸ਼ਾਦਾ ਪਾਣੀ ਚਾਹ ਪਾਣੀ ਛਕਾਇਆ, ਇਹ ਅਸੀਂ ਉਹਦੀ ਪੂਜਾ ਕੀਤੀ, ਉਹਨੂੰ ਪੂਜਣਾ ਕੀਤਾ ਹੈ। ਰਾਮ ਨਾਮ ਰਿਦ ਪੂਜਾ, ਹਿਰਦੇ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੀ ਪੂਜਾ ਕਰਨੀ ਹੈ।
ਹੁਣ ਜਦੋਂ ਅਸੀਂ ਹਿਰਦੇ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦੀ ਪੂਜਾ ਕਰਾਂਗੇ ਨਾ, ਉਹ ਇਸ ਤਰ੍ਹਾਂ ਕਿਰਿਆ ਬਣ ਜਾਏਗੀ ਜਿਵੇਂ ਇੱਕ ਗੁਰਸਿੱਖ ਸਾਡੇ ਘਰ ਗਿਆ ਤੇ ਅਸੀਂ ਉਹਦੀ ਸੇਵਾ ਦੇ ਵਿੱਚ ਸਾਰਾ ਟੱਬਰ ਧਿਆਨ ਲਾ ਕੇ ਨਾ, ਹੋਰ ਕਿਸੇ ਪਾਸੇ ਧਿਆਨ ਨਹੀਂ ਜਾਂਦਾ। ਜੇ ਸਾਡਾ ਮਾਲ ਡੰਗਰ ਵੀ ਇੱਕ ਤਰ੍ਹਾਂ ਧਿਆਇਆ ਜਾਂ ਭੁੱਖਾ ਖੜਾ ਹੈ ਨਾ, ਕੋਈ ਨਹੀਂ, ਉਹਨਾਂ ਨੂੰ ਫਿਰ ਸੰਭਾਲ ਲਾਂਗੇ, ਬਾਬਾ ਜੀ ਆਏ ਨੇ, ਇਹਨਾਂ ਦੀ ਸੇਵਾ ਕਰੋ ਪਹਿਲੋਂ। ਉਸੇ ਤਰ੍ਹਾਂ ਰਾਮ ਨਾਮ ਰਿੱਧ ਪੂਜਾ, ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਪਹਿਲ ਦੇਣੀ ਹੈ। ਮੈਂ ਆਹ ਗੱਲ ਸਮਝਾਣੀ ਸੀ। ਰਾਮ ਨਾਮ ਰਿੱਧ ਪੂਜਾ, ਹਿਰਦੇ ਦੇ ਵਿੱਚ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਪਹਿਲ ਦੇਣੀ ਹੈ ਨਾ, ਇਹ ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਪੂਜਣਾ ਹੈ ਜੀ। ਨਾਨਕ ਗੁਰਮੁਖ ਏਕ ਪਛਾਣੈ, ਆਵਰ ਨ ਜਾਣੈ ਦੂਜਾ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਇਹ ਗੁਰਮੁਖ ਹੈ ਤੇ ਇਹਨੂੰ ਇੱਕ ਦੀ ਪਛਾਣ ਆ ਗਈ ਹੈ, ਇਹਨੇ ਇੱਕ ਨੂੰ ਪਛਾਣ ਲਿਆ। ਇੱਕ ਕੌਣ ਹੈ? ਉਹ ਪਰਮਾਤਮਾ ਇੱਕ ਹੈ, ਬਾਕੀ ਸਾਰੇ ਦੋ ਨੇ। ਮਾਇਆ ਮਾਇਆ ਸਭ ਕੋ ਕਹੈ, ਮਾਇਆ ਇਹੋ ਸਰੀਰ, ਇਸ ਮਾਇਆ ਦੇ ਹੁੰਦਿਆਂ ਜਪੀਏ ਗੁਣੀ ਗਹੀਰ। ਭਾਈ ਜੱਲਣ ਜੀ ਹੋਏ ਨੇ, ਇਹਨਾਂ ਨੂੰ ਜੱਲਣ ਜੱਟ ਵੀ ਆਖਿਆ ਜਾਂਦਾ ਹੈ। ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗੁਰਸਿੱਖ ਸਨ। ਇਹਨਾਂ ਨੇ ਬੜੀਆਂ ਕਵਿਤਾ ਲਿਖੀਆਂ ਨੇ। ਇਹਨਾਂ ਨੇ ਕਵਿਤਾ ਲਿਖੀ, ਇਹ ਕਵਿਤਾ ਇਹਨਾਂ ਦੀ ਹੈ। ਇਹ ਲਿਖਦੇ ਨੇ ਜੱਲਣ ਗੁਣੀ ਗਹੀਰ। ਮਾਇਆ, ਇਹ ਕਹਿੰਦਾ ਮਾਇਆ ਮਾਇਆ ਕਿਹਨੂੰ ਆਖਿਆ ਜਾਂਦਾ? ਮਾਇਆ ਤਾਂ ਸਾਡਾ ਸਰੀਰ ਵੀ ਮਾਇਆ ਹੈ। ਸਾਡਾ ਸਰੀਰ ਕਿਵੇਂ ਮਾਇਆ ਹੈ? ਵਸਤਰ ਮਾਇਆ ਨਾਲ ਤਿਆਰ ਹੁੰਦੇ ਨੇ, ਮਾਇਆ ਨਾਲ ਪਹਿਨੇ ਜਾਂਦੇ ਨੇ। ਸਾਡਾ ਪੇਟ ਜਿਹੜਾ ਉਹ ਮਾਇਆ ਨਾਲ ਭਰਦਾ ਹੈ। ਜੇ 4 ਪੈਸੇ ਹੋਣਗੇ ਤੇ ਅੰਨ ਖਰੀਦ ਲਿਆਵਾਂਗੇ, ਖਾ ਲਵਾਂਗੇ। ਜੇ 4 ਪੈਸੇ ਹੋਣਗੇ ਤੇ ਬੀਜ ਲਵਾਂਗੇ ਤੇ ਖਾ ਲਵਾਂਗੇ। ਮਾਇਆ ਤੋਂ ਹੀ ਹੈ ਨਾ ਇਹ ਸਾਡਾ ਸਰੀਰ। ਜੇ ਸੰਨ ਤੋਂ ਬਣਿਆ, ਉਹ ਮਾਇਆ ਤੋਂ ਬਣਿਆ ਹੈ। ਇਸ ਤਰ੍ਹਾਂ ਫਿਰ ਇਹ ਸਰੀਰ ਵੀ ਮਾਇਆ ਦਾ। ਜੇ ਮਾਇਆ ਨਹੀਂ ਤੇ ਸਰੀਰ ਨਹੀਂ। ਫਿਰ ਜੱਲਣ ਜੱਟ ਕਹਿੰਦਾ ਮਾਇਆ ਮਾਇਆ ਸਾਰੇ ਕਰਦੇ ਨੇ ਤੇ ਮਾਇਆ ਦੇ ਬਾਰੇ ਕੋਈ ਜਾਣਦਾ ਨਹੀਂ। ਇਹ ਸਰੀਰ ਹੈ ਨਾ ਜਿਹੜਾ, ਇਹ ਸਾਡਾ ਮਾਇਆ ਹੈ। ਇਸ ਸਰੀਰ ਰੂਪੀ ਮਾਇਆ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਨੂੰ ਇੱਕ ਨੂੰ ਪਛਾਣਨਾ ਹੈ। ਨਾਨਕ ਗੁਰਮੁਖ ਏਕ ਪਛਾਣੇ। ਇਹ ਹੁਣ ਭਾਈ ਜੱਲਣ ਜੀ ਗੁਰਮੁਖ ਨੇ ਤੇ ਇਹਨਾਂ ਨੇ ਪਹਿਲੋਂ ਆਪ ਇਸ ਮਾਇਆ ਰੂਪੀ ਸਰੀਰ ਦੇ ਵਿੱਚ ਇੱਕ ਦੀ ਪਛਾਣ ਕੀਤੀ ਹੈ ਤੇ ਹੁਣ ਸਾਨੂੰ ਵੀ ਇਹਨਾਂ ਨੇ ਫਿਰ ਕਵਿਤਾ ਦੇ ਰੂਪ ਦੇ ਵਿੱਚ ਉਪਦੇਸ਼ ਦੇਣਾ ਕੀਤਾ। ਤਾਂ ਅੱਜ ਤੁਹਾਨੂੰ ਗੁਰਬਾਣੀ ਵੀ ਦੱਸ ਰਹੀ, ਏਕ ਪਛਾਣ ਹੈ। ਗੁਰਮੁਖ ਹੋ ਕੇ ਨਾ ਇੱਕ ਦੀ ਪਛਾਣ ਕਰੇ। ਆਮਣ ਜਾਣਾ ਹੈ ਦੂਜਾ। ਜਿਹੜਾ ਦੂਜਾ ਹੈ ਨਾ, ਉਹਨੂੰ ਆਉਣਾ ਜਾਣਾ ਬਣਿਆ ਰਹੇਗਾ। ਆਉਣਾ ਜਾਣਾ ਕਿਵੇਂ? ਅੱਜ ਗੁਰੂ ਮਹਾਰਾਜ ਜੀ ਕੋਲ ਆ ਗਏ ਨੇ, ਦੁਪਹਿਰ ਹੁੰਦਿਆਂ ਤੱਕ ਕਿਸੇ ਮੜੀ ਮਸਾਣੀ ਤੇ ਚਲਾ ਜਾਣਾ, ਨਹੀਂ ਤਾਂ ਕਿਸੇ ਚੇਲੇ ਬਾਲੇ ਕੋਲ ਰਾਤ ਤੱਕ, ਸ਼ਾਮ ਤੱਕ ਤਾਂ ਫਿਰ ਪਹੁੰਚ ਹੀ ਜਾਣਗੇ ਨਾ ਕਿਸੇ ਪੁੱਛ ਦੇਣ ਵਾਲੇ ਕੋਲੇ ਜਾਂ ਚੇਲੇ ਬਾਲੇ ਕੋਲੇ। ਇਹ ਹੁਣ ਇੱਕ ਕੋਲੇ ਥੋੜੀ ਨੇ। ਅਵਰ ਨਾ ਜਾਣੇ ਦੂਜਾ। ਜਿਹੜਾ ਗੁਰਮੁਖ ਹੈ ਨਾ, ਉਹ ਦੂਜੇ ਨੂੰ ਜਾਣਦਾ ਹੀ ਨਹੀਂ, ਕੇਵਲ ਇੱਕ ਦੀ ਪਛਾਣ ਕਰਦਾ ਹੈ ਜੀ। ਸਭ ਮੈਂ ਰਬ ਰਹਿਆ, ਸੋ ਪ੍ਰਭ ਅੰਤਰ ਜਾਮੀ ਰਾਮ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਹੈ, ਸਾਰਿਆਂ ਦੇ ਅੰਦਰ ਦੀ ਜਾਣਦਾ ਹੈ। ਅਸੀਂ ਨਹੀਂ ਜਾਣਦੇ। ਦੱਸਦੇ ਇੱਕ ਦਿਨ ਇੱਕ ਦੋਹਰਾ ਗਾਇਆ ਸੀ, ਕਿਸੇ ਗੁਰਮੁਖ ਪਿਆਰੇ ਨੇ ਬੜਾ ਸੋਹਣਾ ਭੇਜਿਆ ਸੀ। ਕਹਿੰਦਾ ਹੈ, ਜੇ ਮਨ ਪੜ੍ਹੇ ਜਾਣ ਤੇ ਸਾਰੇ ਫੜੇ ਜਾਣ। ਮਨ ਨਹੀਂ ਨਾ ਪੜ੍ਹਿਆ ਜਾਂਦਾ। ਅਸੀਂ ਉੱਪਰੋਂ ਸਰੀਰ ਪੜ੍ਹ ਲੈਂਦੇ ਹਾਂ, ਭਰਾਵਾ ਪੜ੍ਹ ਲੈਂਦੇ, ਮਨ ਨਹੀਂ ਪੜ੍ਹਿਆ ਜਾਂਦਾ। ਜੇ ਮਨ ਪੜ੍ਹਿਆ ਜਾਵੇ ਤੇ ਸਾਨੂੰ ਪਤਾ ਲੱਗ ਜਾਵੇ ਵੀ ਇਹ ਗੁਰੂ ਘਰ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਆ ਰਹੇ, ਗੁਰਬਾਣੀ ਦੇ ਨਾਲ ਜੁੜਨ ਲਈ ਆ ਰਹੇ, ਜਾਂ ਗੁਰੂ ਘਰ ਆਉਣ ਵਾਲਿਆਂ ਨੂੰ ਤੋੜ ਰਿਹਾ ਹੈ। ਕਈ ਇਸ ਤਰ੍ਹਾਂ ਦੇ ਵੀ ਨੇ, ਕਈ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਨੂੰ ਤੋੜਨ ਵਾਲੇ ਵੀ ਨੇ। ਸੋ ਪ੍ਰਭ ਅੰਤਰਜਾਮੀ, ਉਹ ਪਰਮਾਤਮਾ ਜਾਣਦਾ ਹੈ ਸਾਡੀ ਗਿਣਤੀ ਕਿੰਨਾ ਦੇ ਵਿੱਚ। ਉਹਨੂੰ ਦੱਸਣ ਦੀ ਲੋੜ ਨਹੀਂ ਪੈਂਦੀ, ਨਾ ਹੀ ਉਹਨੂੰ ਕਿਸੇ ਤੋਂ ਪੁੱਛਣ ਦੀ ਲੋੜ ਪੈਂਦੀ। ਉਹ ਪਰਮਾਤਮਾ ਸਾਡੇ ਅੰਦਰ ਨੂੰ ਜਾਣਦਾ। ਸਭ ਮੇ ਰਬ ਰਿਹਾ, ਤੇ ਇਹ ਨਹੀਂ ਵੀ ਮੇਰੇ 'ਚ ਹੈਗਾ ਤੇ ਦੂਜੇ 'ਚ ਨਹੀਂ ਹੈਗਾ, ਸਾਰਿਆਂ ਦੇ ਅੰਦਰੋਂ ਵਿਆਪਕ ਹੈ। ਸਭ ਮੇ ਰਬ ਰਿਹਾ, ਪ੍ਰਭੂ ਪਰਮਾਤਮਾ ਸਾਰਿਆਂ ਦੇ ਵਿੱਚ ਵਿਆਪਕ ਹੈ ਜੀ। ਗੁਰ ਸ਼ਬਦ ਰਵੈ ਰਬ ਰਹਿਆ, ਸੋ ਪ੍ਰਭ ਮੇਰਾ ਸੁਆਮੀ ਰਾਮ। ਰਵੈ ਰੱਬ ਦਾ ਅਰਥ ਹੁੰਦਾ ਇੱਕ ਬਿਕ ਹੋ ਜਾਣਾ। ਗੁਰ ਸ਼ਬਦ ਰਵੈ, ਜਦੋਂ ਅਸੀਂ ਗੁਰੂ ਦੇ ਸ਼ਬਦ ਦੇ ਨਾਲ ਇੱਕ ਹੋ ਜਾਣੇ ਨਾ, ਰਵ ਰਿਹਾ, ਤੇ ਸ਼ਬਦ ਦੇ ਵਿੱਚ ਉਹ ਪਰਮਾਤਮਾ ਰਵਿਆ ਹੋਇਆ ਹੈ। ਨਾਵੇਂ ਅੰਦਰ ਹੋ ਵਸਾ, ਹੋ ਵਸੇ ਮਨ ਮਾਹੇ। ਧੰਨ ਗੁਰੂ ਮਹਾਰਾਜ ਜੀ ਨੂੰ ਸਵਾਲ ਕੀਤਾ ਸੀ ਨਾ, ਹੇ ਸੱਚੇ ਸਤਿਗੁਰ ਜੀ, ਤੁਸੀਂ ਵਾਹਿਗੁਰੂ ਨਾਮ ਜਪਣ ਤੇ ਬੜਾ ਜ਼ੋਰ ਦਿੰਦੇ ਹੋ, ਸਿਮਰਨ ਕਰਨ ਤੇ ਬੜਾ ਜ਼ੋਰ ਦਿੰਦੇ ਹੋ, ਅਭਿਆਸ ਕਰਨ ਤੇ ਬੜਾ ਜ਼ੋਰ ਦਿੰਦੇ ਹੋ, ਇਹਦਾ ਕਾਰਨ ਕੀ ਹੈ? ਸੇਵਾ ਵੀ ਕਰਦੇ ਹਾਂ, ਬਾਣੀ ਵੀ ਪੜ੍ਹਦੇ ਹਾਂ,
ਤੇ ਫਿਰ ਵੀ ਤੁਸੀਂ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਇਸ ਗੱਲ ਤੇ ਬੜਾ ਜ਼ੋਰ ਦਿੰਦੇ ਹੋ ਵੀ ਨਾਮ ਜਪੀਏ, ਸਿਮਰਨ ਕਰੀਏ। ਤੇ ਧੰਨ ਗੁਰੂ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਫਿਰ ਕਿਰਪਾ ਕੀਤੀ ਹੋਈ ਹੈ ਵੀ ਗੁਰਮੁਖ ਪਿਆਰਿਆ, ਬਾਣੀ ਹੈ ਨਾ ਜਿਹੜੀ, ਇਹ ਮਨ ਦਾ ਇਸ਼ਨਾਨ ਕਰਵਾਉਂਦੀ ਏ। ਸਰੀਰ ਨੇ ਇਸ਼ਨਾਨ ਕਰ ਲਿਆ ਹੋਵੇ ਨਾ ਤੇ ਕੱਪੜੇ ਮੈਲੇ ਪਾ ਲਈਏ ਤੇ ਫਿਰ ਉਹ ਇਸ਼ਨਾਨ ਕੀਤਾ ਵੀ ਨਾ ਕੀਤੇ ਵਰਗਾ ਹੈ। ਕੱਪੜੇ ਮੈਲੇ ਹੋਣ, ਨਾ ਧੋਤੇ ਹੋਣ, ਤੇ ਫਿਰ ਇਸ਼ਨਾਨ ਕੀਤਾ ਤੇ ਨਾ ਕੀਤਾ ਇੱਕ ਬਰਾਬਰ ਦੇ ਹੋ ਜਾਂਦਾ। ਇਸ਼ਨਾਨ ਕੀਤਾ ਹੋਵੇ, ਵਸਤਰ ਸੁੱਚੇ ਧਾਰਨ ਕਰ ਲਵੇ ਨਾ, ਤੇ ਫਿਰ ਸੁੱਚਮਤਾ ਹੀ ਸਰੀਰ ਦੀ ਬਣੀ ਰਹਿੰਦੀ ਏ। ਇਸੇ ਤਰ੍ਹਾਂ ਬਾਣੀ ਮਨ ਨੂੰ ਇਸ਼ਨਾਨ ਕਰਾਉਂਦੀ ਏ। ਤੇ ਜਦੋਂ ਅਸੀਂ ਨਾਮ ਜਪਦੇ ਹਾਂ ਨਾ, ਅਭਿਆਸ ਕਰਦੇ ਹਾਂ, ਸਿਮਰਨ ਕਰਦੇ ਹਾਂ, ਉਹ ਫਿਰ ਇਸ ਮਨ ਨੂੰ ਅਸੀਂ ਸੁੱਚੇ ਧੋਤੇ ਵਸਤਰ ਪਹਿਨਾ ਦਿੰਦੇ। ਫਿਰ ਮਨ ਮੈਲਾ ਨਹੀਂ ਹੁੰਦਾ, ਫਿਰ ਮਨ ਮੈਲਾ ਨਹੀਂ ਹੁੰਦਾ। ਗੁਰ ਸ਼ਬਦ ਰਵੈ, ਤੇ ਫਿਰ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ, ਉਪਦੇਸ਼ ਦਿੱਤਾ ਸੀ, ਨਾਵੇ ਅੰਦਰ ਹੋ ਵਸਾ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਦਾ ਸਰੂਪ ਨਾਮ ਦੇ ਅੰਦਰ ਵਸਦਾ ਏ। ਨੌ ਵਸੈ ਮਨ ਮਾਹੇ, ਤੇ ਨਾਮ ਹੀ ਫਿਰ ਮਨ ਦੇ ਵਿੱਚ ਵਸ ਜਾਂਦਾ। ਹੁਣ ਮਿਠਾਸ ਏ ਖੰਡ ਦੇ ਵਿੱਚ, ਦਿਸਦੀ ਨਹੀਂ ਕਿਸੇ ਨੂੰ, ਖਾਵਾਂਗੇ ਤੇ ਮੂੰਹ ਮਿੱਠਾ ਹੋ ਜਾਏਗਾ। ਨਾਮ ਦੇ ਵਿੱਚ ਪ੍ਰਭੂ ਦਾ ਵਾਸ ਹੈ। ਨਾਮ ਜਪਾਂਗੇ, ਨਾਮ ਮਨ ਦੇ ਵਿੱਚ ਵਸ ਜਾਵੇਗਾ ਤੇ ਪ੍ਰਭੂ ਪਰਮਾਤਮਾ ਜੋ ਮਿਠਾਸ ਰੂਪ ਹੈ ਉਹ ਸਾਡੇ ਮਨ ਦੇ ਵਿੱਚ ਆ ਜਾਵੇਗਾ। ਗੁਰ ਸ਼ਬਦ ਰਵੈ, ਰਵ ਰਹਾ। ਰਵੈ ਰਵ ਦਾ ਅਰਥ ਹੁੰਦਾ ਇੱਕ ਮਿਕ ਹੋ ਜਾਣਾ। ਗੁਰ ਸ਼ਬਦ ਰਵੈ, ਪਹਿਲੂ ਸਾਨੂੰ ਗੁਰੂ ਦੇ ਸ਼ਬਦ ਦੇ ਨਾਲ ਰਵੈ ਕਰਨਾ ਪਏਗਾ, ਇੱਕ ਹੋਣਾ ਪਏਗਾ। ਰਵ ਰਿਹਾ, ਉਹ ਸ਼ਬਦ ਦੇ ਵਿੱਚ ਰਵਿਆ ਹੋਇਆ। ਇਹਨੂੰ ਇਸ ਤਰ੍ਹਾਂ ਸਮਝਣਾ ਹੈ, ਜਬਕਿ ਲੱਗੇਗੀ ਇਹ ਦੋ ਹੁੰਦੇ ਨੇ, ਇੱਕ ਲਘੂ ਵਿਸ਼ਰਾਮ ਹੁੰਦਾ ਤੇ ਇੱਕ ਦੀਰਘ ਵਿਸ਼ਰਾਮ ਹੁੰਦਾ ਹੈ। ਲਘੂ ਵਿਸ਼ਰਾਮ ਹੈ ਜਿਹੜਾ, ਇਹ ਅਰਥ ਨੂੰ ਸਮਝਾਉਣ ਵਾਸਤੇ ਤੁਕ ਦੇ ਵਿੱਚ 2, 3, 4 ਵੀ ਲੱਗ ਜਾਂਦੇ ਨੇ। ਤੇ ਦੀਰਘ ਵਿਸ਼ਰਾਮ ਹੈ ਜਿਹੜਾ, ਇਹ 1 ਜਾਂ 2 ਹੀ ਲੱਗਦੇ ਨੇ। ਕਵਿਤ ਜਿੱਥੇ ਹੁੰਦੇ ਨੇ ਉੱਥੇ 2, 3 ਵੀ ਲੱਗ ਜਾਂਦੇ ਨੇ, 2 ਲੱਗਦੇ ਨੇ। ਤੇ ਜਿਹੜੀਆਂ ਚੌਪੀਆਂ ਦੋਹਰੇ ਸ਼ੰਤ ਨੇ, ਨਚੇਕੀ ਲੱਗਦਾ ਹੁੰਦਾ ਹੈ। ਇਸ ਤਰ੍ਹਾਂ ਦਾ ਗਿਆਨ ਨਾ ਪਿੰਗਲ ਸ਼ਾਸਤਰ ਦੇ ਅੰਦਰ ਦਿੱਤਾ ਹੋਇਆ ਹੈ। ਜਿਨ੍ਹਾਂ ਨੇ ਪਿੰਗਲ ਸ਼ਾਸਤਰ ਪੜ੍ਹਿਆ ਉਹ ਬੜੀ ਛੇਤੀ ਸਮਝ ਜਾਂਦੇ ਨੇ ਗੱਲ ਨੂੰ। ਗੁਰ ਸ਼ਬਦ ਰਵੇ, ਪਹਿਲੂ ਗੁਰੂ ਦੇ ਸ਼ਬਦ ਦੇ ਵਿੱਚ ਇੱਕ ਮਿਕ ਹੋਣਾ ਹੈ, ਰਵ ਰਿਹਾ, ਤੇ ਉਹ ਸ਼ਬਦ ਦੇ ਵਿੱਚ ਰਵਿਆ ਹੋਇਆ ਹੈ। ਸੋ ਪ੍ਰਭ ਮੇਰਾ ਸਵਾਮੀ ਰਾਮ, ਉਹ ਜਿਹੜਾ ਸ਼ਬਦ ਦੇ ਵਿੱਚ ਰਵਿਆ ਹੋਇਆ ਨਾ, ਉਹ ਮੇਰਾ ਪ੍ਰਭੂ ਹੈ ਤੇ ਮੇਰਾ ਮਾਲਕ ਹੈ। ਜਿਹੜਾ ਪਰਮਾਤਮਾ ਵਾਹਿਗੁਰੂ ਸ਼ਬਦ ਦੇ ਵਿੱਚ ਰਵਿਆ ਹੋਇਆ ਹੈ ਨਾ, ਵਿਆਪਕ ਹੈ, ਜਿਹੜਾ ਸ਼ਬਦ ਦੇ ਵਿੱਚ ਸਮਾਇਆ ਹੋਇਆ ਹੈ, ਉਹ ਪ੍ਰਭੂ ਪਰਮਾਤਮਾ ਮੇਰਾ ਮਾਲਕ ਹੈ ਜੀ। ਪ੍ਰਭ ਮੇਰਾ ਸੁਆਮੀ ਅੰਤਰਜਾਮੀ, ਘਟ ਘਟ ਰਵਿਆ ਸੋਈ। ਪ੍ਰਭੂ ਮੇਰਾ ਸੁਆਮੀ ਮਾਲਕ ਹੈ, ਅੰਤਰਜਾਮੀ, ਤੇ ਸਾਡੇ ਸਾਰਿਆਂ ਦੀ ਅੰਦਰ ਦੀ ਜਾਣਦਾ ਹੈ। ਘਟ ਘਟ ਰਵਿਆ, ਸਾਰੇ ਸਰੀਰਾਂ ਦੇ ਵਿੱਚ ਰਵਿਆ। ਇਹ ਨਹੀਂ ਵੀ ਮੇਰੇ ਇਕੱਲੇ 'ਚ ਰਵਿਆ, ਸਾਰੇ ਸਰੀਰਾਂ ਦੇ ਵਿੱਚ ਰਵਿਆ, ਵਿਆਪਕ ਹੈ ਸਾਰੇ ਸਰੀਰਾਂ ਦੇ ਵਿੱਚ। ਜਿਵੇਂ ਹਰ ਪ੍ਰਕਾਰ ਦੇ ਦੁੱਧ ਦੇ ਵਿੱਚ ਘਿਓ ਹੈ, ਪਰ ਕੱਢਣਾ ਤਾਂ ਪਏਗਾ ਨਾ। ਕੱਢਣ ਦੇ ਤਰੀਕੇ ਨਾਲ ਪਏਗਾ, ਗਰਮ ਕਰਨਾ ਪਏਗਾ, ਜਮਾਣਾ ਪਏਗਾ, ਰਿੜਕਣਾ ਪਏਗਾ, ਫਿਰ ਨਿਕਲੇਗਾ। ਉਵੇਂ ਸ਼ਬਦ ਹਰ ਇੱਕ ਸਰੀਰ ਦੇ ਵਿੱਚ ਪ੍ਰਭੂ ਪਰਮਾਤਮਾ ਦਾ ਵਸ ਹੈ ਤੇ ਉਹਨੂੰ ਕੱਢਣਾ ਪਏਗਾ ਨਾਮ ਦੀ ਕਮਾਈ ਦੇ ਨਾਲ। ਸੋ ਗੁਰੂ ਜੀ ਰਹਿਮਤ ਕਰਦੇ ਨੇ, ਹਰ ਇੱਕ ਸਰੀਰ ਵਿੱਚ ਰਵਿਆ ਹੋਇਆ ਹੈ ਜੀ। ਗੁਰਮਤਿ ਸੱਚ ਪਾਈਐ, ਸਹਿਜ ਸਮਾਈਐ, ਤਿਸ ਬਿਨ ਅਵਰ ਨਾ ਕੋਈ। ਹੁਣ ਧੰਨ ਗੁਰੂ ਮਹਾਰਾਜ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਸਾਧਨ ਦੱਸਦੇ ਨੇ। ਗੁਰਮਤਿ ਸੱਚ ਪਾਈਏ, ਗੁਰੂ ਦੀ ਮੱਤ ਦੇ ਨਾਲ ਸੱਚ ਸਰੂਪ ਨੂੰ ਪਾ ਲਈਦਾ ਹੈ। ਜੇ ਗੁਰੂ ਦੀ ਮੱਤ ਵਾਲੇ ਹੋ ਕੇ ਰਵਾਂਗੇ ਤੇ ਫਿਰ ਸੱਚ ਸਰੂਪ ਦੀ ਪ੍ਰਾਪਤੀ ਹੋਵੇਗੀ। ਸਹਿਜ ਸਮਾਈਏ, ਫਿਰ ਸਹਿਜ ਦੇ ਵਿੱਚ ਅਸੀਂ ਸਮਾਏ ਰਵਾਂਗੇ। ਤਿਸ ਬਿਨ ਅਵਰ ਨਾ ਕੋਈ, ਉਸ ਪ੍ਰਭੂ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ ਹੈ ਜੀ। ਸਹਜੇ ਗੁਣ ਗਾਵਾ, ਜੇ ਪ੍ਰਭ ਭਾਵਾ, ਆਪੇ ਲੈ ਮਿਲਾਏ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਸਹਿਜੇ ਗੁਣ ਗਾਵਾ, ਮੈਂ ਸਹਿਜ ਦੇ ਨਾਲ ਹੌਲੀ ਹੌਲੀ ਬੜੇ ਪਿਆਰ ਦੇ ਨਾਲ ਉਸ ਦੇ ਗੁਣ ਗਾਇਨ ਕਰਦਾ ਰਵਾਂ। ਜੇ ਪ੍ਰਭ ਭਾਵਾਂ, ਹੇ ਵਾਹਿਗੁਰੂ, ਜੇ ਤੈਨੂੰ ਚੰਗਾ ਲੱਗ ਜਾਵਾਂ ਤਾਂ। ਧੰਨ ਗੁਰਬਾਣੀ ਦੇ ਅੰਦਰ ਫਰਮਾਨ ਹੁੰਦਾ ਹੈ, ਸੰਪਰਦਾਇ ਪਾਠ ਹੈ, ਤੁਮਨ ਤੋਰੋ ਤੋ ਹਮ ਨਹੀਂ ਤੋਰੈ। ਤੇ ਆਮ ਪਾਠ ਜਿਹੜੇ ਕਰਦੇ ਨੇ ਉਹ ਕਰਦੇ ਨੇ, ਤੁਮ ਨਾ ਤੋਰੋ ਤੋ ਹਮ ਨਹੀਂ ਤੋਰੇ। ਮੇਰੀ ਇੱਕ ਥਾਂ ਤੇ ਥੋੜੀ ਜੀ ਇਸ ਪਾਠ ਨੂੰ ਲੈ ਕੇ ਨਾ ਕਿਸੇ ਗੁਰਮੁਖ ਪਿਆਰ ਦੇ ਨਾਲ ਗਿਆਨ ਗੋਸ਼ਟੀ ਹੋ ਗਈ। ਉਹ ਮੈਨੂੰ ਕਹਿੰਦਾ ਜੀ ਜਿਹੜੇ ਟਕਸਾਲ ਵਾਲੇ ਨੇ ਨਾ, ਇਹ ਕੋਲੋਂ ਪਾਠ ਬਣਾ ਲੈਂਦੇ ਨੇ। ਮੈਂ ਕਿਹਾ ਜੀ ਦੱਸੋ ਕਿਵੇਂ? ਕਹਿੰਦੇ ਪਾਠ ਤਾਂ ਹੈਗਾ, ਤੁਮ ਨਾ ਤੋਰੋ ਤੋ ਹਮ ਨਹੀਂ ਤੋਰੇ,
ਤੇ ਮੈਂ ਕਿਹਾ ਫਿਰ ਇਹਦਾ ਅਰਥ ਕੀ ਕਰੇਂਗਾ? ਕਹਿੰਦਾ ਜੀ ਇਹਦਾ ਅਰਥ ਬਣਦਾ ਰੱਬਾ ਜੇ ਤੂੰ ਨਹੀਂ ਤੋੜਦਾ ਤੇ ਅਸੀਂ ਨਹੀਂ ਤੋੜਦੇ। ਤੇ ਫਿਰ ਮੈਂ ਕਿਹਾ ਇਹ ਤਾਂ ਸ਼ਰੀਕ ਨੂੰ ਆਖਿਆ ਜਾਂਦਾ, ਜੇ ਤੂੰ ਸਾਡੇ ਘਰੇ ਕਾਰਡ ਭੇਜੇਗਾ ਤਾਂ ਭਾਈ ਅਸੀਂ ਵੀ ਭੇਜ ਦਿਆਂਗੇ। ਸ਼ਰੀਕ ਨੂੰ ਆਖਿਆ ਜਾਂਦਾ ਨਾ, ਆਪਾਂ ਕੋਈ ਰੱਬ ਦੇ ਸ਼ਰੀਕ ਆ? ਚੁੱਪ ਕਰ ਗਿਆ। ਫਿਰ ਕਹਿੰਦਾ ਜੀ ਤੁਸੀਂ ਦੱਸੋ। ਮੈਂ ਕਿਹਾ ਅਸੀਂ ਤਾਂ ਪਾਠ ਕਰਦੇ, ਤੁਮਨ ਤੋੜੋ ਤੋਂ ਹਮ ਨਹੀਂ ਤੋੜੇ। ਜੇ ਤੂੰ ਸਾਨੂੰ ਤੋੜ ਵੀ ਦੇਵੇਂਗਾ ਨਾ ਅਸੀਂ ਫਿਰ ਵੀ ਨਹੀਂ ਤੈਨੂੰ ਤੋੜਨਾ। ਕਿਉਂ ਨਹੀਂ ਤੋੜਨਾ? ਤੂੰ ਵੱਡਾ ਹੈ। ਵੱਡੇ ਝਿੜਕਦੇ ਵੀ ਨੇ, ਵੱਡੇ ਕੁੱਟ ਵੀ ਦਿੰਦੇ ਨੇ, ਵੱਡੇ ਕਈ ਵਾਰੀ ਗੁੱਸੇ 'ਚ ਆਣ ਕੇ ਨਾ ਆਪਣੇ ਧੀਆਂ ਪੁੱਤਰ ਜੰਮੇ ਨੇ, ਆਪਾਂ ਕਹਿ ਦਿੰਦੇ ਭੱਜ ਜਾ ਸਾਡੇ ਘਰੋਂ, ਨਿਕਲ ਜਾ, ਅਸੀਂ ਨਹੀਂ ਤੈਨੂੰ ਰੱਖਣਾ। ਕਹਿ ਦਿੰਦੇ ਨਾ। ਹੁਣ ਪਿਓ ਨੇ ਤੋੜ ਦਿੱਤੀ ਤੇ ਪੁੱਤਰ ਆਖੇ ਚੰਗਾ ਮੈਂ ਤਾਂ ਜਾਣਾ, ਤੇ ਜਾਏਗਾ ਕਿੱਥੇ? ਆਉਣਾ ਤਾਂ ਅਖੀਰ ਘਰ ਹੀ ਪੈਣਾ ਨਾ। ਭਾਵੇਂ ਦੋ ਰਿਸ਼ਤੇਦਾਰਾਂ ਨੂੰ ਲੈ ਕੇ ਆਵੇ ਵੀ ਬਾਪੂ ਗੁੱਸੇ ਹੋ ਗਿਆ ਘਰੋਂ ਕੱਢਤਾ ਤੇ ਚਲੋ ਮੈਨੂੰ ਵਾੜ ਕੇ ਆਓ, ਆਉਣਾ ਤਾਂ ਪੈਣਾ ਨਾ। ਆਪਾਂ ਦੇ ਪੁੱਤਰ ਆ, ਆਪਾਂ ਉਸ ਪ੍ਰਭੂ ਪਰਮਾਤਮਾ ਦੇ ਪੁੱਤਰ ਆ। ਜੇ ਉਹ ਸਾਨੂੰ ਤੋੜ ਦਿੰਦਾ ਨਾ ਸਾਡੀਆਂ ਗਲਤੀਆਂ ਵੇਖ ਕੇ, ਐਵੇਂ ਨਹੀਂ ਤੋੜਦਾ। ਕਦੇ ਕਿਸੇ ਮਾਤਾ ਪਿਤਾ ਨੇ ਬੱਚੇ ਨੂੰ ਝਿੜਕਿਆ ਬਿਨਾਂ ਗੁਨਾਹ ਤੋਂ, ਬਿਨਾਂ ਕਸੂਰ ਤੋਂ? ਕਿਸੇ ਨੇ ਕੁੱਟਿਆ? ਥੱਪੜ ਵੀ ਮਾਰਨ ਨੂੰ ਜੀ ਨਹੀਂ ਕਰਦਾ। ਕਿੰਨੇ ਲਾਡਲੇ ਕਿਤਨੇ ਪਿਆਰੇ ਲੱਗਦੇ ਨੇ, ਜਦੋਂ ਗੁਨਾਹ ਕਸੂਰ ਕਰਦੇ ਨੇ ਫਿਰ ਲਾਣੀਆਂ ਪੈ ਜਾਂਦੀਆਂ ਨੇ। ਤੇ ਉਸੇ ਤਰ੍ਹਾਂ ਉਹ ਪ੍ਰਭੂ ਪਰਮਾਤਮਾ ਵੀ ਸਾਡੇ ਲਾਂਦਾ ਏ ਜਦੋਂ ਅਸੀਂ ਗੁਨਾਹ ਕਰਦੇ ਹਾਂ। ਤੇ ਫਿਰ ਇਹਦਾ ਅਰਥ ਬਣ ਗਿਆ ਤੁਮਨ ਤੋੜੋ। ਜੇ ਤੁਸੀਂ ਤੋੜ ਵੀ ਦਿਓਗੇ ਨਾ ਮੇਰੇ ਪ੍ਰਭੂ ਪਰਮਾਤਮਾ ਸਾਡੇ ਗੁਨਾਹ ਨੂੰ, ਸਾਡੇ ਕਸੂਰ ਨੂੰ, ਵੇਖ ਹਮ ਨਹੀਂ ਤੋੜੇ, ਅਸੀਂ ਥੋੜ੍ਹੀ ਤੋੜਨ ਲੱਗੇ ਹਾਂ ਤੇਰੇ ਨਾਲ। ਜੇ ਤੋੜ ਲਾਂਗੇ ਤੇ ਅਸੀਂ ਜਾਵਾਂਗੇ ਕਿੱਥੇ? ਉਵੇਂ ਜਿਵੇਂ ਇਸ ਤੁਕ ਦੇ ਅੰਦਰ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸਹਿਜੇ ਗੁਣ ਗਾਵਾ, ਮੈਂ ਸਹਿਜ ਸਹਿਜ ਦੇ ਨਾਲ ਤੇਰੇ ਗੁਣ ਗਾਉਂਦਾ ਰਵਾਂ। ਤੇ ਗੁਣ ਗਾ ਕੇ ਮੇਰੇ ਅੰਦਰ ਹੰਕਾਰ ਨਾ ਆ ਜਾਵੇ ਵੀ ਮੈਂ ਕੱਲ੍ਹ ਦਾ ਤੇਰੇ ਗੁਣ ਗਾਉਣ ਲੱਗਿਆ ਤੇ ਤੂੰ ਮੇਰੀ ਗੱਲ ਹੀ ਨਹੀਂ ਸੁਣੀ। ਜੇ ਪ੍ਰਭ ਭਾਵਾ ਤੇਰੀ ਮਰਜ਼ੀ ਏ, ਜੇ ਤੈਨੂੰ ਚੰਗਾ ਲੱਗ ਜਾਵਾਂ ਤੇ ਸੰਭਾਲ ਲਵੀਂ। ਜੇ ਪ੍ਰਭ ਭਾਵਾਂ ਜੇ ਤੈਨੂੰ ਚੰਗਾ ਲੱਗਾ ਨਾ ਤੇ ਤੂੰ ਸੰਭਾਲ ਆਪੇ ਲੈ ਮਿਲਾਏ। ਜੇ ਤੈਨੂੰ ਚੰਗੇ ਲੱਗਾਂਗੇ, ਤੈਨੂੰ ਭਾ ਜਾਵਾਂਗੇ ਤੇ ਫਿਰ ਤੂੰ ਆਪ ਹੀ ਮਿਲਾ ਲਵੇਂਗਾ ਜੀ। ਨਾਨਕ ਸੋ ਪ੍ਰਭ ਸ਼ਬਦੇ ਜਾਪੈ, ਅਹਨਿਸ ਨਾਮ ਧਿਆਏ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਸਾਡੀ ਤਸੱਲੀ ਕਰਾਉਂਦੇ ਨੇ। ਸੋ ਪ੍ਰਭ ਸ਼ਬਦੇ ਜਾਪੈ, ਜਾਪੇ ਦਾ ਅਰਥ ਜਾਪਦਾ, ਜਾਣਿਆ ਜਾਂਦਾ, ਦਿਸਦਾ। ਮੈਨੂੰ ਜਾਪਦਾ ਹੈ ਜਿਵੇਂ ਉਹ ਆਈ ਜਾਂਦਾ ਹੈ ਦੂਰੋਂ, ਕਿਸੇ ਨੂੰ ਵੇਖ ਕੇ ਨਾ ਸਾਡੇ ਆਉਣ ਵਾਲੇ ਸਾਕ ਸੰਬੰਧੀ ਨੂੰ, ਤੇ ਅਸੀਂ ਉਹਦੀ ਉਡੀਕ ਦੇ ਵਿੱਚ ਰਸਤੇ 'ਚ ਖੜ ਕੇ ਦੂਰੋਂ ਵੇਖਦੇ ਹਾਂ ਵੀ ਇਸ ਤਰ੍ਹਾਂ ਜਾਪਦਾ ਜਿਵੇਂ ਉਹ ਆਈ ਜਾਂਦਾ ਹੈ। ਸੋ ਪ੍ਰਭ ਸ਼ਬਦੇ ਜਾਪੇ, ਉਹ ਪ੍ਰਭੂ ਪਰਮਾਤਮਾ ਸਾਨੂੰ ਆਉਂਦਾ ਦਿਸਦਾ ਹੈ। ਕਿਵੇਂ? ਸ਼ਬਦ ਦੀ ਕਮਾਈ ਦੇ ਨਾਲ। ਬਿਨਾਂ ਸ਼ਬਦ ਦੀ ਕਮਾਈ ਤੋਂ ਨਹੀਂ ਆਏਗਾ। ਘਰੇ ਬੈਠਿਆਂ ਦੇ ਬਿਨਾਂ ਸ਼ਬਦ ਦੀ ਕਮਾਈ ਤੋਂ ਉਹ ਪ੍ਰਭੂ ਪਰਮਾਤਮਾ ਨਹੀਂ ਆਏਗਾ। ਸ਼ਬਦ ਕਮਾਉਣਾ ਪੈਣਾ ਹੈ। ਸੋ ਪ੍ਰਭ ਸ਼ਬਦੇ ਜਾਪੈ, ਉਹ ਵਾਹਿਗੁਰੂ ਸ਼ਬਦ ਦੀ ਕਮਾਈ ਦੇ ਨਾਲ ਜਾਣਿਆ ਜਾਂਦਾ ਹੈ, ਆਉਂਦਾ ਹੈ ਐਨਿਸ ਨਾਮ ਤੇ। ਇਸ ਕਰਕੇ ਨਾ ਦਿਨ ਤੇ ਰਾਤ ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਜਪਦੇ ਰਹੀਏ ਤੇ ਆਉਂਦੇ ਰਹੀਏ ਜੀ। ਇਹ ਜਗੋ ਦੁੱਤਰ ਮਨਮੁਖ ਪਾਰ ਨ ਪਾਈ ਰਾਮ। ਧੰਨ ਗੁਰੂ ਮਹਾਰਾਜ ਜੀ ਹੁਣ ਦੂਜਾ ਪੱਖ ਪੂਰਦੇ ਨੇ ਮਨਮੁਖਾਂ ਵਾਲਾ, ਗੁਰਮੁਖ ਤੇ ਮਨਮੁਖ। ਹੁਣ ਮਨਮੁਖਾਂ ਦੀ ਗੱਲ ਆ ਗਈ ਹੈ। ਦੁੱਤਰ ਦਾ ਅਰਥ ਹੁੰਦਾ ਬੜਾ ਔਖਾ, ਮੁਸ਼ਕਲ ਦੇ ਨਾਲ। ਇਹ ਜਗੋ, ਇਹ ਸੰਸਾਰ ਹੈ ਦੁੱਤਰ ਤੇ ਬੜਾ ਔਖਾ ਹੈ। ਮਨਮੁਖ ਪਾਰ ਨਾ ਪਾਈ ਰਾਮ। ਜਿਹੜਾ ਮਨਮੁਖ ਹੈ ਉਹ ਇਹਦੇ ਤੋਂ ਪਾਰ ਨਹੀਂ ਹੋ ਸਕਦਾ, ਉਹਦੀ ਪਾਰ ਨਹੀਂ ਪੈਂਦੀ। ਪਾਰ ਨਾ ਪਾਈ ਰਾਮ, ਉਹਦੇ ਤੋਂ ਪਾਰ ਨਹੀਂ ਪਾਈ ਜਾ ਸਕਦੀ। ਉਹਦੇ ਤੋਂ ਪ੍ਰਭੂ ਪਰਮਾਤਮਾ ਦੇ ਨਾਲ ਨਹੀਂ ਨਿਭਾਇਆ ਜਾ ਸਕਦਾ। ਉਹ ਗੁਰੂ ਦਾ ਹੋ ਕੇ ਨਹੀਂ ਰਹਿ ਸਕਦਾ, ਉਹ ਗੁਰੂ ਦੇ ਨਾਲ ਨਹੀਂ ਨਿਭ ਸਕਦਾ। ਇਹ ਸਾਰੇ ਅਰਥੀ ਬਣਦੇ ਨੇ। ਪਾਰ ਨਾ ਪਾਈ। ਹੁਣ ਅਨੰਦਪੁਰ ਸਾਹਿਬ ਕਿਲ੍ਹੇ ਦੇ ਵਿੱਚ ਜਿਨ੍ਹਾਂ ਤੋਂ ਗੁਰੂ ਦੇ ਨਾਲ ਨਹੀਂ ਸੀ ਪਾਰ ਪਾਈ ਗਈ ਤੇ ਉਹ ਬਦਾਵਾ ਲਿਖ ਕੇ ਦੇ ਗਏ ਸਨ। ਗੁਰੂ ਜੀ ਸਾਡੇ ਤੋਂ ਨਹੀਂ ਭੁੱਖਿਆ ਰਿਹਾ ਜਾਂਦਾ, ਨਹੀਂ ਸੀ ਪਾਰ ਪਈ ਵਿਚਾਰਿਆਂ ਤੋਂ। ਇਹੋ ਜਗ ਦੂਤਰ, ਇਹ ਸੰਸਾਰ ਹੈਗਾ ਹੀ ਬੜਾ ਮੁਸ਼ਕਲ ਵਾਲਾ ਹੈ। ਤੇ ਜਿਹੜਾ ਮਨਮੁਖ ਹੈ ਨਾ ਉਹ ਭਾਈ ਇਸ ਸੰਸਾਰ ਦੇ ਵਿੱਚ ਗੁਰੂ ਦੇ ਨਾਲ ਪੂਰੀ ਨਹੀਂ ਨਿਭਾ ਕੇ ਰਹਿ ਸਕਦਾ ਹੈ ਜੀ। ਅੰਤਰੇ ਹਉ ਮੈਂ ਮਮਤਾ, ਕਾਮ ਕ੍ਰੋਧ ਚਤੁਰਾਈ ਰਾਮ। ਮੇਰੇ ਗੁਰੂ ਦੀ ਸਭ ਤੋਂ ਵੱਡੀ ਵਡਿਆਈ ਇਹ ਹੈ ਕਿ ਇਹ ਕਿਸੇ ਵੀ ਗਿਆਨ ਨੂੰ ਅਧੂਰਿਆ ਨਹੀਂ ਜੇ ਰਹਿਣ ਦਿੰਦਾ। ਹੁਣ ਗੁਰੂ ਨੇ ਦੱਸਿਆ ਨਾ ਜਿਹੜਾ ਮਨਮੁਖ ਹੈ ਉਹ ਗੁਰੂ ਦੇ ਨਾਲ ਪੂਰੀ ਪਾ ਕੇ ਨਹੀਂ ਰਹਿ ਸਕਦਾ, ਗੁਰੂ ਦੇ ਨਾਲ ਨਹੀਂ ਨਿਭਾ ਸਕਦਾ। ਕਿਉਂ ਨਹੀਂ ਨਿਭਾ ਸਕਦਾ ਇਹ ਵੀ ਦੱਸ ਦਿੱਤਾ ਹੈ। ਅੰਤਰੇ ਹਉਮੈ, ਇੱਕ ਤਾਂ ਉਹਦੇ ਅੰਦਰ ਹਉਮੈ ਹੈ, ਤੇ ਜਿਹਦੇ ਅੰਦਰ ਹਉਮੈ ਹੁੰਦੀ ਹੈ ਨਾ ਉਹਨੂੰ ਤੁਸੀਂ ਵਡਿਆਈ ਜੋ ਕੰਮ ਦੇਈ ਜਾਵੇਗਾ।
ਹਉਮੈ ਦੀ ਨਿਸ਼ਾਨੀ ਇਹ, ਉਹਦੀ ਤੁਸੀਂ ਵਡਿਆਈ ਕਰੋ, ਉਹ ਤੁਹਾਡਾ ਕੰਮ ਕਰੀ ਜਾਏਗਾ। ਉਹਨੂੰ ਆਖੋ ਭਾਜੀ ਤੁਸੀਂ ਤਾਂ ਬੜੇ ਚੰਗੇ ਹੋ, ਸਰਦਾਰ ਸਾਹਿਬ ਜੀ ਤੁਸੀਂ ਤਾਂ ਬੜੇ ਵਧੀਆ ਹੋ, ਆਹ ਤੁਹਾਡੇ ਬਿਨਾਂ ਹੋਣਾ ਹੀ ਨਹੀਂ ਸੀ, ਤੁਸੀਂ ਕਰ ਦਿੱਤਾ ਹੈ। ਇਹ ਕੀ ਕਰਨ ਲੱਗ ਗਏ ਤੁਸੀਂ? ਉਹਦੇ ਅੰਦਰ ਜਿਹੜਾ ਹਉਮੈ ਦਾ ਬੂਟਾ ਹੈ ਨਾ, ਉਹਨੂੰ ਪਾਣੀ ਪਾਉਣ ਲੱਗ ਗਏ ਹੋ, ਤੇ ਹਉਮੈ ਦਾ ਬੂਟਾ ਹੋਰ ਵਧਣਾ ਸ਼ੁਰੂ ਹੋ ਗਿਆ, ਤੇ ਉਹ ਹਉਮੈ ਦੇ ਵਿੱਚ ਹੋ ਕੇ ਹੋਰ ਚੌੜਾ ਹੋ ਕੇ ਤੇ ਕੰਮ ਕਰੀ ਜਾਂਦਾ ਹੈ। ਗੁਰੂ ਨੂੰ ਨਹੀਂ ਚੰਗਾ ਲੱਗਦਾ ਵੀ ਇਹ ਤਾਂ ਹਉਮੈ ਦਾ ਮਾਰਾ ਕਰਦਾ, ਮੇਰੇ ਨਾਲ ਤਾਂ ਪਿਆਰ ਹੀ ਨਹੀਂ। ਗੁਰੂ ਨੂੰ ਚੰਗਾ ਨਹੀਂ ਲੱਗਦਾ। ਕਿਉਂ ਨਹੀਂ ਲੱਗਦਾ? ਵੀ ਇਹ ਤਾਂ ਹਉਮੈ ਦਾ ਮਾਰਾ ਕਰਦਾ, ਵੀ ਲੋਕੀ ਮੇਰੀ ਵਡਿਆਈ ਕਰਨ, ਇਹਨੂੰ ਮੇਰੇ ਨਾਲ ਤਾਂ ਪਿਆਰ ਹੀ ਨਹੀਂ। ਗੁਰੂ ਨੇ ਪਾਸਾ ਕਰ ਲੈਣਾ। ਮਮਤਾ ਦੂਜੀ, ਉਹਦੇ ਅੰਦਰ ਮਮਤਾ ਹੈ, ਭਾਵੇਂ ਉਹ ਮਾਇਆ ਦੀ ਮਮਤਾ ਹੈ, ਭਾਵੇਂ ਉਹ ਕਿਸੇ ਹੋਰ ਗੱਲ ਦੀ ਮਮਤਾ, ਉਹਦੇ ਅੰਦਰ ਮਮਤਾ ਹੈ। ਤੇ ਚੌਥਾ ਗੁਨਾਹ ਕੀ? ਕਾਮ, ਉਹ ਕਾਮੀ ਮਨੁੱਖ ਹੈ। ਆਈ ਗਈ ਧੀ ਭੈਣ ਦੇ ਵੱਲ ਬੁਰਾ ਤੱਕਦਾ। ਕ੍ਰੋਧ, ਉਹ ਕ੍ਰੋਧੀ ਹੈ, ਉਹਨੂੰ ਗੁੱਸਾ ਚੜ੍ਹਦਾ। ਚਤਰਾਈ, ਉਹ ਲੋਕਾਂ ਨਾਲ ਚਲਾਕੀਆਂ ਕਰਦਾ। ਇਹ ਔਗਣ ਨੇ, ਜਿਸ ਕਰਕੇ ਇਹ ਸੰਸਾਰ ਦੇ ਵਿੱਚ ਮਨਮੁਖ ਜਿਹੜਾ ਉਹ ਗੁਰੂ ਦੇ ਨਾਲ ਨਿਭਾ ਕੇ ਨਹੀਂ ਜੇ ਰੱਖ ਸਕਦਾ। ਮੈਂ ਇੱਕ ਵਾਰੀ ਫਿਰ ਅਰਥ ਕਰਦੇ, ਇਹੋ ਜੱਗੋ ਦੁੱਤਰ, ਇਹ ਸੰਸਾਰ ਇਹਨਾਂ ਜਿਹੜਾ ਇਹ ਤਰਨਾ ਬੜਾ ਔਖਾ ਹੈ। ਦੁੱਤਰ ਦਾ ਅਰਥ ਹੁੰਦਾ ਹੈ ਬੜਾ ਮੁਸ਼ਕਲ ਦੇ ਨਾਲ ਜਿਹਨੂੰ ਤਰਿਆ ਜਾ ਸਕੇ। ਮਨਮੁਖ ਪਾਰ ਨਾ ਪਾਈ ਰਾਮ, ਜਿਹੜਾ ਮਨਮੁਖ ਹੈ ਉਹਦੀ ਗੁਰੂ ਦੇ ਨਾਲ ਨਹੀਂ ਨਿਭੇਗੀ, ਉਹ ਗੁਰੂ ਦੇ ਨਾਲ ਨਿਭਾ ਨਹੀਂ ਸਕਦਾ, ਉਹ ਗੁਰੂ ਦੇ ਨਾਲ ਰਹਿ ਨਹੀਂ ਸਕਦਾ। ਕਿਉਂ ਨਹੀਂ ਰਹਿ ਸਕਦਾ? ਅੰਤਰੇ ਹਉਮੈ, ਇੱਕ ਤਾਂ ਉਹਦੇ ਅੰਦਰ ਹਉਮੈ ਹੈ, ਹਉਮੈ ਦਾ ਭੁੱਖ ਹੈ, ਵਡਿਆਈ ਦਾ ਭੁੱਖ ਹੈ। ਇੱਥੇ ਹਉਮੈ ਦਾ ਅਰਥ ਨਾ ਵਡਿਆਈ ਬਣਦਾ ਜੇ, ਉਹ ਵਡਿਆਈ ਦਾ ਭੁੱਖ ਹੈ ਵੀ ਮੈਨੂੰ ਲੋਕ ਵਡਿਆਈ ਕਰਨ, ਮੇਰੀ ਆਖਣੇ ਤਾਂ ਬੜਾ ਚੰਗਾ ਹੈ, ਆਹ ਵੀ ਕਰੀ ਜਾਂਦਾ, ਆਹ ਵੀ ਕਰੀ ਜਾਂਦਾ। ਦੂਜਾ, ਉਹਦੇ ਅੰਦਰ ਔਗਣ ਮਮਤਾ, ਭਾਵੇਂ ਉਹ ਗੁਰੂ ਦੇ ਨਾਲ ਪੈਸੇ ਦੀ ਮਮਤਾ ਕਰਕੇ ਜੁੜਿਆ ਹੈ, ਪਰ ਕਿਸੇ ਨਾ ਕਿਸੇ ਮਮਤਾ ਕਰਕੇ ਜੁੜਿਆ ਹੈ। ਤੇ ਤੀਜਾ ਔਗਣ ਜਿਹੜਾ ਉਹ ਹੈ ਕਾਮ, ਉਹ ਕਾਮੀ ਮਨੁੱਖ ਹੈ, ਉਹਦੇ ਅੰਦਰ ਕਾਮ ਹੈ, ਉਹਦਾ ਕਾਮ ਤੇ ਕੰਟਰੋਲ ਨਹੀਂ। ਅੱਗੇ ਆ ਗਿਆ ਜੀ ਇਹ ਪੰਜਵਾਂ ਕ੍ਰੋਧ, ਉਹ ਕ੍ਰੋਧੀ ਵੀ ਹੈ। ਜੇ ਸੇਵਾ ਕਰਦੇ ਨੂੰ ਕਿਸੇ ਨੇ ਕੁਝ ਆਖਤਾ ਨਾ, ਉਹਨੇ ਅੱਗੋਂ ਡਾਂਗ ਚੱਕ ਲੈਣੀ ਹੈ ਵੀ ਮੈਂ ਸੇਵਾ ਕਰੀ ਜਾਂਦਾ ਤੇ ਤੂੰ ਉਲਟਾ ਮੇਰੇ ਤੇ ਰੋਹ ਮਾਰਦਾ ਹੈ, ਇਸ ਤਰ੍ਹਾਂ ਲਾਲ ਪੀਲਾ ਹੋ ਜਾਣਾ ਹੈ। ਤੇ ਉਸ ਤੋਂ ਅੱਗੇ ਜਿਹੜਾ ਗੁਰੂ ਜੀ ਨੇ ਦੱਸਿਆ ਨਾ ਛੇਵਾਂ ਔਗਣ, ਉਹ ਹੈ ਚਤਰਾਈ, ਉਹ ਚਲਾਕੀਆਂ ਕਰਦਾ ਹੈ। ਚਲਾਕੀਆਂ ਕਰਨ ਦੇ ਨਾਲ ਪ੍ਰਭੂ ਪਰਮਾਤਮਾ ਕੋਈ ਜਵਾਬ ਥੋੜ੍ਹੀ ਹੈ, ਕੋਈ ਬੇਸਮਝ ਥੋੜ੍ਹੀ ਹੈ, ਉਹ ਸੁਜਾਨ ਹੈ। ਤੇ ਉਹ ਚਤਰਾਈ ਮੈਂ ਚਤਰ ਪੁਜ ਪਾਈਏ, ਚਤਰਾਈਆਂ ਦੇ ਨਾਲ ਜੇ ਮਿਲਦਾ ਹੁੰਦਾ ਨਾ ਤੇ ਫਿਰ ਤਾਂ ਸਾਰੇ ਹੀ ਪਾ ਲੈਂਦੇ, ਕਿਉਂਕਿ ਸਾਡੇ ਕੋਲ ਹੈ ਨਹੀਂ ਚਤਰਾਈਆਂ, ਹੈ ਨਹੀਂ ਚਲਾਕੀਆਂ, ਹੋਰ ਤਾਂ ਕੁਝ ਹੈ ਹੀ ਨਹੀਂ। ਇਹ ਵਾਧੂ ਨੇ ਸਾਡੇ ਕੋਲੇ, ਇਹਨਾਂ ਨਾਲੋਂ ਪ੍ਰਭੂ ਪਰਮਾਤਮਾ ਨਹੀਂ ਮਿਲਦਾ ਹੈ ਜੀ। ਅੰਤਰ ਚਤੁਰਾਈ ਥਾਏ ਨ ਪਾਈ, ਬਿਰਥਾ ਜਨਮ ਗਵਾਇਆ। ਜਿਸ ਮਨੁੱਖ ਦੇ ਅੰਦਰ ਚਲਾਕੀ ਹੈ ਨਾ, ਚਤਰਾਈ ਹੈ, ਜਿਹੜਾ ਆਪਣੇ ਆਪ ਨੂੰ ਬੜਾ ਚਾਤਰ ਸਮਝਦਾ, ਥਾਏ ਨਾ ਪਾਈ, ਉਹਦੀ ਨਾ ਸੇਵਾ ਕੀਤੀ ਥਾਂ ਪੈਂਦੀ ਹੈ, ਨਾ ਸਿਮਰਨ ਕੀਤਾ ਥਾਂ ਪੈਂਦਾ, ਉਹਦਾ ਕੁਝ ਵੀ ਥਾਂ ਨਹੀਂ ਪੈਂਦਾ, ਤੇ ਉਹਨੂੰ ਗੁਰੂ ਵੀ ਥਾਂ ਨਹੀਂ ਦਿੰਦਾ ਜੇ। ਫਿਰ ਅੰਤਰ ਚਤਰਾਈ, ਜਿਸ ਦੇ ਅੰਦਰ ਚਲਾਕੀ ਹੈ, ਜਿਹੜਾ ਚਤਰ ਹੈ, ਥਾਏ ਨਾ ਪਾਈ, ਉਹਨੂੰ ਜਗ੍ਹਾ ਨਹੀਂ ਮਿਲੇਗੀ। ਬਿਰਥਾ ਜਨਮ ਗਵਾਇਆ, ਤੇ ਐਵੇਂ ਦੁਨੀਆ ਤੇ ਜਨਮ ਲੈ ਕੇ ਉਹਨੇ ਆਪਣਾ ਜੀਵਨ ਨਸ਼ਟ ਕਰ ਲਿਆ ਹੈ ਜੀ। ਜਮ ਮਗ ਦੁਖ ਪਾਵੈ, ਚੋਟਾਂ ਖਾਵੈ, ਅੰਤ ਗਿਆ ਪਛਤਾਇਆ। ਇਹ ਜਮਾਂ ਦੇ ਮਾਰਗ ਦੇ ਵਿੱਚ ਪਵੇਗਾ ਤੇ ਦੁੱਖ ਪਾਵੇਗਾ, ਚੋਟਾਂ ਖਾਵੇਗਾ, ਕੁੱਟ ਪੈਗੀ ਇਹਨੂੰ, ਅੰਤ ਗਿਆ ਪਛਤਾਇਆ। ਜਦੋਂ ਇਸ ਦੁਨੀਆ ਤੋਂ ਆਖਰੀ ਸਮੇਂ ਮਰ ਕੇ ਜਾਵੇਗਾ, ਉਦੋਂ ਵੀ ਪਛਤਾਵੇਗਾ, ਫਿਰ ਇਹਨੂੰ ਪਛਤਾਵਾ ਹੀ ਬਣਿਆ ਰਹੇਗਾ। ਤੇ ਜਮਾਂ ਦੇ ਮਾਰਗ ਦੇ ਵਿੱਚ ਦੁੱਖ ਨੇ ਜਿਹੜੇ ਉਹ ਪਾਏਗਾ, ਆਪਣੇ ਕੀਤੇ ਹੋਏ ਕਰਮਾਂ ਦੀ ਚੋਟਾਂ ਕੁੱਟ ਖਾਏਗਾ, ਮਾਰ ਖਾਏਗਾ। ਸੱਚੇ ਸਤਿਗੁਰ ਅੰਤ ਗਿਆ ਪਛਤਾਇਆ, ਤੇ ਅੰਤ ਸਮੇਂ ਫਿਰ ਇਹਨੂੰ ਪਛਤਾਉਣਾ ਪੈਂਦਾ ਹੈ ਜੀ। ਬਿਨ ਨਾਵੈ ਕੋ ਬੇਲੀ ਨਾਹੀ, ਪੁੱਤ ਕੁਟੰਬ ਸੁਤ ਭਾਈ। ਬਿਨ ਨਾਵੇ, ਇੱਕ ਵਾਹਿਗੁਰੂ ਨਾਮ ਦੇ ਅਭਿਆਸ ਤੋਂ ਬਿਨਾਂ ਕੋਈ ਬੇਲੀ ਨਹੀਂ, ਕੋਈ ਵੀ ਸਾਡਾ ਮਿੱਤਰ ਨਹੀਂ ਹੈਗਾ, ਕੋਈ ਵੀ ਸਾਡਾ ਬੇਲੀ ਨਹੀਂ ਹੈਗਾ। ਜੇ ਅੱਗੇ ਸਾਡਾ ਕੋਈ ਬੇਲੀ ਹੈ, ਸਾਡਾ ਮਿੱਤਰ ਹੈ, ਉਹ ਪ੍ਰਭੂ ਪਰਮਾਤਮਾ ਦਾ ਨਾਮ ਹੈ। ਪੁੱਤ ਕੁਟੰਬ ਸੁਤ ਭਾਈ, ਪੁੱਤ ਦਾ ਅਰਥ ਵੀ ਪੁੱਤਰ ਹੁੰਦਾ ਹੈ, ਤੇ ਸੁੱਤ ਦਾ ਅਰਥ ਵੀ ਪੁੱਤਰ ਹੁੰਦਾ। ਹੁਣ ਸੁੱਤ ਦੇ ਨਾਲ ਲੱਗ ਗਿਆ ਭਾਈ, ਇਹ ਇੱਕ ਵਾਰੀ ਸੁੱਤ ਨੂੰ ਭਾਈ ਦੇ ਨਾਲ ਲਾ ਕੇ ਅਰਥ ਕਰ ਲੈਣਾ ਹੈ, ਤੇ ਇੱਕ ਵਾਰੀ ਭਾਈ ਜਿਹੜਾ ਨਾ ਇਹਦਾ ਵੱਖਰਾ ਅਰਥ ਕਰ ਲੈਣਾ ਹੈ। ਇਹ ਇਸ ਵਾਸਤੇ ਸੁੱਤ ਭਾਈ, ਭਾਈ ਦਾ ਪੁੱਤਰ, ਇਹ ਭਤੀਜਾ ਬਣ ਗਿਆ। ਹੁਣ ਪਹਿਲਾ ਪੁੱਤ ਜਿਹੜਾ ਉਹ ਸਾਡਾ ਪੁੱਤਰ ਹੈ, ਦੂਜਾ ਸੁੱਤ ਭਾਈ ਸਾਡੇ ਭਰਾ ਦਾ ਪੁੱਤਰ ਯਾਨੀ ਭਤੀਜਾ ਆ ਗਿਆ, ਤੇ ਫਿਰ ਇਹਦਾ ਅਰਥ ਕਰ ਲੈਣਾ ਸਾਡਾ ਆਪ ਦਾ ਵੀ ਭਰਾ। ਗੁਰੂ ਜੀ ਰਹਿਮਤ ਕਰਦੇ ਨੇ, ਬਿਨ ਨਾਵੇ ਕੋ ਬੇਲੀ ਨਾਹੀ, ਨਾਮ ਤੋਂ ਬਿਨਾਂ ਕੋਈ ਵੀ ਸਾਡਾ ਸਹਾਇਕ ਨਹੀਂ, ਬੇਲੀ ਨਹੀਂ, ਮਿੱਤਰ ਨਹੀਂ, ਪੁੱਤ ਨਾ ਪੁੱਤਰ। ਕੁਟੰਬ
ਇਹ ਪਰਿਵਾਰ ਆ ਗਿਆ ਨਾ, ਸਾਡਾ ਪਰਿਵਾਰ ਭਾਵ ਪਤਨੀ ਧੀਆਂ ਪੁੱਤਰ ਆ ਗਏ ਨੇ, ਸੁੱਤ ਭਾਈ ਤੇ ਭਤੀਜਾ ਵੀ, ਤੇ ਦੂਸਰਾ ਭਾਈ ਸਾਡੇ ਭਰਾ ਨੇ ਨਾ ਜਿਹੜੇ, ਇਹ ਵੀ ਨਾਮ ਤੋਂ ਬਿਨਾਂ ਸਾਡਾ ਸਾਈ ਨਹੀਂ ਹੋ ਸਕਦਾ ਹੈ ਜੀ। ਨਾਨਕ ਮਾਇਆ ਮੋਹ ਪਸਾਰਾ, ਆਗੇ ਸਾਥ ਨਾ ਜਾਈ। ਤਾਂ ਗੁਰੂ ਜੀ ਰਹਿਮਤ ਕਰਦੇ ਨੇ, ਮਾਇਆ ਤੇ ਮੋਹ ਦਾ ਹੀ ਇਹ ਸਾਰਾ ਪਸਾਰਾ ਹੈ ਜਿਹੜਾ ਸਾਡਾ ਪਰਿਵਾਰ ਹੈ। ਇਹ ਹੁਣ ਪਰਿਵਾਰ ਦੇ ਨਾਲ ਜੋੜ ਦਿੱਤਾ ਗੁਰੂ ਮਹਾਰਾਜ ਜੀ ਨੇ। ਮਾਇਆ ਮੋਹ ਪਸਾਰਾ, ਮਾਇਆ ਤੇ ਮੋਹ ਦਾ ਪਸਾਰਾ ਹੈ, ਪਰਿਵਾਰ ਦਾ ਮੋਹ ਹੈ ਤੇ ਮੋਹ ਦੇ ਲਈ ਅਸੀਂ ਮਾਇਆ ਇਕੱਤਰਤ ਕਰਦੇ ਹਾਂ, ਇਹ ਸਾਡਾ ਪਰਿਵਾਰ ਦਾ ਪਸਾਰਾ ਹੋ ਗਿਆ। ਆਗੇ ਸਾਥ ਨਾ ਜਾਈ, ਇਹਨਾਂ ਦੇ ਵਿੱਚੋਂ ਕੋਈ ਵੀ ਨਾਲ ਤੁਰਨ ਵਾਲਾ ਨਹੀਂ ਹੈ ਜੀ। ਸੋ ਪੁੱਛੋ ਆਪਣਾ ਸਤਿਗੁਰ ਦਾਤਾ, ਕਿਨ ਵਿਦ ਦੁੱਤਰ ਤਰੀਐ ਰਾਮ। ਤਾਂ ਗੁਰੂ ਜੀ ਰਹਿਮਤ ਕਰਦੇ ਨੇ, ਜੇ ਅਸੀਂ ਆਪਣੇ ਸੱਚੇ ਸਤਿਗੁਰੂ ਨੂੰ ਆਣ ਕੇ ਪੁੱਛਣਾ ਕਰੀਏ ਨਾ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ ਸਾਨੂੰ ਦੱਸੋ, ਫਿਰ ਮੈਂ ਇਸ ਮੁਸ਼ਕਲ ਵਾਲੇ ਸੰਸਾਰ ਦੇ ਵਿੱਚੋਂ ਪਾਸ ਕਿਵੇਂ ਹੋਵਾਂ, ਇਸ ਸੰਸਾਰ ਦੇ ਵਿੱਚੋਂ ਤਰਨਾ ਕਿਵੇਂ ਕਰਾਂ ਜੀ। ਸਤਿਗੁਰ ਭਾਏ ਚਲੋ, ਜੀਵਤਿਆ ਇਵ ਮਰੀਐ ਰਾਮ। ਤੇ ਗੁਰੂ ਮਹਾਰਾਜ ਜੀ ਫਿਰ ਜਿਗਿਆਸੂ ਦੇ ਸਵਾਲ ਦਾ ਜਵਾਬ ਦਿੰਦੇ ਨੇ। ਪਹਿਲੂ ਜਿਗਿਆਸੂ ਦੇ ਤੌਰ ਤੇ ਇੱਕ ਸਵਾਲ ਹੈ, ਹੋ ਪੁੱਛੋ ਆਪਣਾ ਸਤਿਗੁਰੂ, ਮੈਂ ਆਪਣੇ ਸੱਚੇ ਸਤਿਗੁਰੂ ਨੂੰ ਜਾ ਕੇ ਪੁੱਛਣਾ ਕਰਾਂ, ਇਹ ਮੇਰੇ ਵਾਹਿਗੁਰੂ ਤੂੰ ਦਾਤਾਂ ਦਾ ਮਾਲਕ ਹੈ, ਕਿਨ ਬਿਦ ਦੁੱਤਰ ਤਰੀਏ ਰਾਮ, ਮੈਂ ਕਿਹੜੇ ਤਰੀਕੇ ਦੇ ਨਾਲ ਇਸ ਸੰਸਾਰ ਨੂੰ ਤਰ ਸਕਦਾ ਹਾਂ। ਤੇ ਫਿਰ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਇਸ ਸਵਾਲ ਦਾ ਉੱਤਰ ਦੇ ਸਤਿਗੁਰ ਭਾਏ। ਇੱਕ ਤਾਂ ਅਸੀਂ ਸੱਚੇ ਸਤਿਗੁਰ ਨੂੰ ਚੰਗੇ ਲੱਗੀਏ, ਸਤਿਗੁਰ ਭਾਏ ਸਾਡੇ ਅੰਦਰ ਦੀ ਜਿਹੜੀ ਭਾਵਨਾ ਹੈ ਨਾ ਉਹ ਗੁਰੂ ਨੂੰ ਭਾ ਜਾਵੇ। ਚਲੋ ਗੁਰੂ ਨੂੰ ਚੰਗੇ ਲੱਗ ਕੇ ਇਸ ਜੀਵਨ ਦੇ ਵਿੱਚ ਜਿਉਣਾ ਕਰੋ। ਸਤਿਗੁਰ ਭਾਏ ਚਲੋ, ਇਹਦਾ ਅਰਥ ਇਸ ਤਰ੍ਹਾਂ ਬਣਦਾ ਹੈ, ਅਸੀਂ ਆਪਣੇ ਸੱਚੇ ਸਤਿਗੁਰੂ ਨੂੰ ਭਾ ਕੇ ਜਿਉਣਾ ਹੈ। ਜੀਵਤਿਆ ਇਵ ਮਰੀਏ, ਹੁਣ ਗੁਰੂ ਨੂੰ ਭਾ ਕੇ ਕਿਵੇਂ ਚੱਲਿਆ ਜਾਂਦਾ, ਜਿਉਂਦੇ ਜੀ ਮਰਨਾ ਹੈ। ਕਿਵੇਂ ਮਰਨਾ ਹੈ? ਜੇ ਕਿਤੋਂ 10 ਰੁਪਏ ਸਾਨੂੰ ਬੇਈਮਾਨੀ ਦੇ ਮਿਲਦੇ ਨੇ ਨਾ, ਤੇ ਜੇ ਅਸੀਂ ਜਿਉਂਦੇ ਮਰੇ ਹੋਏ ਹਾਂ ਤੇ ਫਿਰ ਉਹ 10 ਰੁਪਏ ਅਸੀਂ ਜੇਬ 'ਚ ਨਹੀਂ ਪਾਵਾਂਗੇ, ਅਸੀਂ ਭੁੱਖੇ ਬਹਿ ਰਵਾਂਗੇ, ਪਰ ਕਿਤੇ ਵੀ ਬੇਈਮਾਨੀ ਦਾ ਟੋਕੇ ਜਿਹੜਾ ਉਸ ਮੂੰਹ ਦੇ ਵਿੱਚ ਨਹੀਂ ਪਾਵਾਂਗੇ। ਕਿਉਂ ਨਹੀਂ ਪਾਵਾਂਗੇ? ਕਿਉਂਕਿ ਇਹ ਸਰੀਰ ਹੁਣ ਸਾਡਾ ਨਹੀਂ ਰਿਹਾ। ਤਨ ਮਨ ਅਰਪੋ, ਆਪਣਾ ਤਨ ਤੇ ਮਨ ਗੁਰੂ ਨੂੰ ਅਰਪ ਦਿੱਤਾ ਹੈ ਨਾ, ਇਹ ਤਨ ਸਾਡਾ ਨਹੀਂ ਰਿਹਾ, ਇਹ ਗੁਰੂ ਦਾ ਹੋ ਗਿਆ। ਤੇ ਗੁਰੂ ਦੇ ਤਨ ਦੇ ਵਿੱਚ ਫਿਰ ਭਾਈ ਆਪਾਂ ਬੇਈਮਾਨੀ ਤਾਂ ਥੋੜਾ ਪਾ ਸਕਦੇ ਹਾਂ, ਨਹੀਂ ਪਾ ਸਕਦੇ ਨਾ। ਜੇ ਅਸੀਂ ਤਨ ਆਪਣਾ ਸਮਝਾਂਗੇ ਨਾ, ਫਿਰ ਅਸੀਂ ਹੜੱਪੀ ਜਾਵਾਂਗੇ, ਜਿੱਥੋਂ ਜੋ ਮਿਲਦਾ ਚੱਕ ਦਿਓ ਫੱਟੇ, ਜਿੱਥੋਂ ਵੀ ਜੋ ਮਿਲਦਾ ਨਾ ਉਹ ਖਾਈ ਜਾਵੋ, ਜਿਵੇਂ ਵੀ ਹੁੰਦਾ ਕਰੀ ਜਾਵੋ, ਕਿਉਂਕਿ ਤਨ ਸਾਡਾ ਨਹੀਂ ਹੈਗਾ, ਤਨ ਇਹ ਗੁਰੂ ਦਾ ਹੈ। ਤੇ ਗੁਰੂ ਦੇ ਸਰੀਰ ਨੂੰ ਵੇਖੋ, ਆਪਾਂ ਗੁਰੂ ਮਹਾਰਾਜ ਜੀ ਦੇ ਵਾਸਤੇ ਦੇਗ ਤਿਆਰ ਕਰਦੇ ਹਾਂ, ਕਿੰਨੀ ਮਿਹਨਤ ਕਰਦੇ ਹਾਂ, ਬਰਤਨਾਂ ਨੂੰ ਸੁੱਕ ਮਾਂਜ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਆਨੰਦ ਸਾਹਿਬ ਦੇ ਪਾਠ ਕਰਦੇ ਹਾਂ, ਫਿਰ ਗੁਰੂ ਮਹਾਰਾਜ ਜੀ ਨੂੰ ਭੋਗ ਲਵਾਈਦਾ, ਕਿਤਨੀ ਪਵਿੱਤਰਤਾ ਇਹਦੇ ਨਾਲ। ਤੇ ਸਰੀਰ ਜਦੋਂ ਗੁਰੂ ਨੂੰ ਦੇ ਦਿੱਤਾ ਤੇ ਫਿਰ ਇਹਦੇ 'ਚ ਝੂਠ ਕਿਵੇਂ ਪਾਵਾਂਗੇ। ਸਤਿਗੁਰ ਭਾਏ ਚਲੋ, ਸੱਚੇ ਸਤਿਗੁਰੂ ਨੂੰ ਚੰਗੇ ਲੱਗ ਕੇ ਅਸੀਂ ਜੀਵਨ ਦੇ ਵਿੱਚ ਜਿਉਣਾ ਕਰੀਏ। ਜੀਵਤਿਆ ਇਵ ਮਰੀਏ ਰਾਮ, ਇਸ ਤਰ੍ਹਾਂ ਜਿਉਂਦੇ ਜੀ ਮਰ ਜਾਣਾ ਹੈ। ਗੁਰ ਪੀਰਾਂ ਕੀ ਚਾਕਰੀ, ਗੁਰ ਕਹਿੰਦੇ ਨੇ ਹਿੰਦੂ ਧਰਮ ਦੇ ਵਿੱਚ ਤੇ ਪੀਰ ਕਹਿੰਦੇ ਨੇ ਮੁਸਲਮਾਨੀ ਧਰਮ ਦੇ ਵਿੱਚ। ਅਰਥ ਦੋਵਾਂ ਦਾ ਇੱਕ ਹੀ ਹੈ, ਜਿਹੜਾ ਮੁਕਤੀ ਦੇਣ ਵਾਲਾ ਹੈ। ਗੁਰ ਪੀਰਾਂ ਕੀ ਚਾਕਰੀ, ਜਿਹੜੀ ਗੁਰੂ ਜਾਂ ਪੀਰ ਦੀ ਚਾਕਰੀ ਕਰਨੀ ਹੈ ਨਾ, ਹੈ ਬੜੀ ਸੁਖ, ਅਤ ਕਰੜੀ, ਬੜੀ ਕਰੜੀ ਹੈ, ਬਹੁਤ ਦੀ ਸੁਖ ਸਾਰ, ਪਰ ਹੈ ਸੁਖ ਦੇਣ ਵਾਲੀ। ਇਹਦੇ ਨਾਲ ਸੁਖ ਮਿਲੇਗਾ, ਦੁੱਖ ਨਹੀਂ ਮਿਲੇਗਾ। ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ, ਸੁਖ ਸਾਰ, ਹੈਗੀ ਸੁਖ ਵਾਲੀ ਹੈ ਪਰ ਹੈ ਬੜੀ ਕਰੜੀ। ਸੋ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਆਪਣੇ ਅੰਦਰ ਦੀ ਭਾਵਨਾ ਜਿਹੜੀ ਉਹ ਗੁਰੂ ਦੇ ਚਰਨਾਂ ਦੇ ਨਾਲ ਜੋੜ ਕੇ ਜਿਉਣਾ ਕਰੀਏ ਤੇ ਸੰਸਾਰ ਦੇ ਵੱਲੋਂ ਜਿਉਂਦੇ ਜੀ ਮਰੇ ਰਹੀਏ ਜੀ। ਜੀਵਤਿਆ ਮਰੀਐ ਭੋਜਨ ਤਰੀਐ, ਗੁਰਮੁਖ ਨਾਮ ਸਮਾਵੈ। ਇਸ ਤਰ੍ਹਾਂ ਜਦੋਂ ਅਸੀਂ ਜਿਉਂਦੇ ਜੀ ਮਨ ਨੂੰ ਮਾਰ ਲਵਾਂਗੇ ਤੇ ਇਹ ਸੰਸਾਰ ਤੋਂ ਤਰ ਜਾਵਾਂਗੇ। ਸਵਾਲ ਇਹ ਸੀ ਨਾ ਪੌੜੀ ਦੇ ਪ੍ਰਾਰੰਭ ਦੇ ਵਿੱਚ ਵੀ ਸੱਚੇ ਸਾਨੂੰ ਜਾ ਕੇ ਪੁੱਛੀਏ, ਇਹ ਦਾਤੇ ਜੀ ਕਿਰਪਾ ਕਰ, ਰਹਿਮਤ ਕਰ, ਸਾਨੂੰ ਦੱਸ ਅਸੀਂ ਸੰਸਾਰ ਤੋਂ ਕਿਵੇਂ ਤਰੀਏ। ਤੇ ਗੁਰੂ ਜੀ ਨੇ ਦੱਸ ਦਿੱਤਾ, ਪਹਿਲੂ ਤਾਂ ਸਿੱਖ ਲੈ ਜਿਉਣਾ, ਜਿਵੇਂ ਗੁਰੂ ਨੇ ਚੰਗਾ ਲੱਗੇ ਨਾ ਗੁਰੂ ਨੂੰ ਮਹਾਰਾਜ ਜੀ ਨੂੰ, ਉਵੇਂ ਜਿਉਣਾ ਕਰ ਤੇ ਸੰਸਾਰ ਦੇ ਵਿੱਚ ਇਸ ਤਰ੍ਹਾਂ ਰਹਿਣਾ ਕਰ ਵੀ ਮੈਂ ਮਰਿਆ ਵਤ ਹਾਂ।
ਉਸੇ ਤਰ੍ਹਾਂ ਗੁਰੂ ਮਹਾਰਾਜ ਜੀ ਹੁਣ ਕਿਰਪਾ ਕਰਦੇ ਨੇ। ਇਸ ਤਰ੍ਹਾਂ ਭਾਈ ਸੰਸਾਰ ਭਵਜਲ ਜਿਹੜਾ ਇਹਦੇ ਤੋਂ ਤਰਿਆ ਜਾ ਸਕਦਾ ਹੈ। ਗੁਰਮੁਖ ਨਾਮ ਸਮਾਵੇ, ਉਸ ਪ੍ਰਭੂ ਪਰਮਾਤਮਾ ਦੇ ਨਾਮ ਦੇ ਵਿੱਚ ਗੁਰਮੁਖ ਪਿਆਰੇ ਸਮਾਏ ਰਹਿੰਦੇ ਹਨ ਜੀ। ਪੂਰਾ ਪੁਰਖ ਪਾਇਆ ਵਡ ਭਾਗੀ, ਸੱਚ ਨਾਮ ਲਿਵ ਲਾਵੈ। ਜਿਹੜੇ ਵੱਡੇ ਭਾਗਾਂ ਵਾਲੇ ਨੇ ਨਾ, ਉਹਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਏ। ਇਹ ਗੁਰੂ ਹੀ ਅਧੂਰਾ ਹੋਵੇ ਨਾ ਤੇ ਫਿਰ ਜੀਵਨ ਅਧੂਰਾ ਹੀ ਰਹਿੰਦਾ ਏ। ਗੁਰੂ ਜਿਨ੍ਹਾਂ ਕੇ ਅੰਧਲੇ ਚੇਲੇ ਵੀ ਅੰਧ ਕਮਾਏ, ਗੁਰਬਾਣੀ ਦੇ ਅੰਦਰ ਫਰਮਾਨ ਹੁੰਦਾ ਜਿਨ੍ਹਾਂ ਦਾ ਗੁਰੂ ਅੰਨਾ ਹੈ ਨਾ, ਉਹਨਾਂ ਦੇ ਚੇਲੇ ਵੀ ਫਿਰ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਜਿਹੜੇ ਅੰਨਿਆਂ ਵਾਲੇ ਹੁੰਦੇ ਨੇ। ਇੱਥੇ ਅੰਨੇ ਦਾ ਅਰਥ ਹੈ ਅਗਿਆਨਤਾ। ਜਿਹੜੇ ਗੁਰੂ ਦੀ ਗਿਆਨ ਵਾਲੀ ਅੱਖ ਨਹੀਂ ਖੁੱਲੀ, ਉਹ ਚੇਲਿਆਂ ਦੀ ਅੱਖ ਦੱਸੋ ਕਿਵੇਂ ਖੋਲ ਦੇਗਾ? ਨਹੀਂ ਖੋਲ ਸਕਦਾ। ਪੂਰਾ ਪੁਰਖ ਪਾਇਆ ਵਡ ਭਾਗੀ, ਵੱਡੇ ਭਾਗਾਂ ਵਾਲਿਆਂ ਨੇ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਕਰ ਲੈਣੀ ਹੈ, ਸੱਚੇ ਸਤਿਗੁਰੂ ਨੂੰ ਪ੍ਰਾਪਤ ਕਰ ਲੈਣਾ ਹੈ। ਸੱਚ ਨਾਮ ਲਿਵ ਲਾਵੇ, ਤੇ ਗੁਰੂ ਕਿਰਪਾ ਕਰਦਾ, ਰਹਿਮਤ ਕਰਦਾ ਹੈ, ਸੱਚੇ ਸਤਿਗੁਰ ਦੇ ਨਾਮ ਦੇ ਨਾਲ ਪ੍ਰੀਤ ਜੋੜ ਕੇ ਰੱਖਦਾ ਹੈ ਜੀ। ਮਤ ਪਰਗਾਸ ਭਈ ਮਨ ਮਾਨਿਆ, ਰਾਮ ਨਾਮ ਵਡਿਆਈ। ਗੁਰੂ ਕਿਰਪਾ ਕਰਦਾ, ਸਾਡੀ ਮੱਤ ਜਿਹੜੇ ਇਹਨੂੰ ਪ੍ਰਕਾਸ਼ਿਤ ਕਰਦਾ ਹੈ, ਸਾਨੂੰ ਸੁਚੇਤ ਕਰਦਾ ਹੈ, ਸਾਨੂੰ ਚੰਗੀ ਮੱਤ ਜਿਹੜੀ ਹੈ ਇਹ ਦਾਤ ਦਿੰਦਾ ਹੈ। ਮਨ ਮਾਨਿਆ, ਜਦੋਂ ਚੰਗੀ ਮੱਤ ਮਿਲੇ ਤੇ ਫਿਰ ਸਾਡਾ ਮਨ ਮੰਨ ਜਾਂਦਾ ਹੈ। ਜੇ ਮਨ ਨਾ ਮੰਨੇ ਤੇ ਫਿਰ ਇਸ ਤਰ੍ਹਾਂ ਸਮਝ ਲਓ ਕੁਝ ਵੀ ਨਹੀਂ ਮੰਨਿਆ ਜਾਂਦਾ। ਜਿੱਥੇ ਮਨ ਮੰਨ ਜਾਵੇ ਫਿਰ ਉਸ ਨੂੰ ਮਾਨੇ ਨਾ ਜਿਹੜਾ ਕਰਨ ਦੇ ਲਈ ਤਿਆਰ ਹੋ ਜਾਂਦਾ ਹੈ। ਜੇ ਮਨ ਹੀ ਨਹੀਂ ਮੰਨਿਆ ਤੇ ਫਿਰ ਮਨ ਕਰੇਗਾ ਨਹੀਂ। ਗੁਰੂ ਜੀ ਰਹਿਮਤ ਕਰਦੇ ਨੇ, ਮਤ ਪ੍ਰਕਾਸ਼, ਚੰਗੀ ਮਤ ਦਾ ਪ੍ਰਕਾਸ਼ ਹੋਇਆ ਗੁਰੂ ਮਹਾਰਾਜ ਜੀ ਤੋਂ। ਮਨ ਮਾਨਿਆ, ਗੁਰੂ ਜੀ ਦੇ ਹੁਕਮ ਨੂੰ ਮਨ ਨੇ ਮੰਨ ਲਿਆ। ਰਾਮ ਨਾਮ ਵਡਿਆਈ, ਇਹ ਸੱਚੇ ਸਤਿਗੁਰ ਦੇ ਨਾਮ ਦੀ ਵਡਿਆਈ ਹੈ। ਗੁਰੂ ਮਹਾਰਾਜ ਜੀ ਦੇ ਨਾਮ ਦੀ ਵਡਿਆਈ ਹੈ। ਸਾਡੇ ਵਿੱਚ ਇਤਨੀ ਵਡਿਆਈ ਕਿੱਥੇ ਸੀ, ਇਤਨੀ ਸਮਰੱਥਾ ਕਿੱਥੇ ਸੀ? ਅਸੀਂ ਉਹਦਾ ਨਾਮ ਜਪ ਲੈਂਦੇ ਤੇ ਚੰਗੀ ਮੱਤ ਵਾਲੇ ਹੋ ਸਕਦੇ, ਇਹ ਨਹੀਂ ਸੀ। ਮਤ ਪ੍ਰਕਾਸ਼ ਭਈ, ਮਤ ਗਿਆਨ ਵਾਲੀ ਹੋ ਗਈ ਹੈ, ਮਤ ਸੋਝੀ ਵਾਲੀ ਹੋ ਗਈ ਹੈ, ਤੇ ਚੰਗੀ ਮੱਤ ਦੇ ਨਾਲ ਮਨ ਜਿਹੜਾ ਇਹਨੇ ਮੰਨਣ ਕਰ ਲਏ। ਸੱਚੇ ਸਤਿਗੁਰ ਦਾ ਨਾਮ ਹੈ, ਇਸ ਦੀਆਂ ਇਹ ਵਡਿਆਈਆਂ ਹਨ ਜੀ। ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ, ਜੋਤੀ ਜੋਤ ਮਿਲਾਈ। ਧੰਨ ਜੀ ਰਹਿਮਤ ਕਰਦੇ ਨੇ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਨੂੰ ਪਾ ਲਿਆ ਨਾ, ਉਹਨਾਂ ਤੇ ਕਿਰਪਾ ਹੋ ਗਈ। ਸ਼ਬਦ ਮਿਲਾਇਆ, ਉਹਨਾਂ ਨੂੰ ਸ਼ਬਦ ਨੇ ਮਿਲਾਇਆ ਹੈ। ਸ਼ਬਦ ਇੱਥੇ ਵਾਹਿਗੁਰੂ ਹੈ। ਵਾਹਿਗੁਰੂ ਜੀ ਜਿਤਨੀ ਕਮਾਈ ਕਰੇਗਾ ਉਤਨਾ ਉਸ ਪ੍ਰਭੂ ਪਰਮਾਤਮਾ ਦੇ ਨੇੜੇ ਹੋ ਜਾਵੇਗਾ। ਨਾਨਕ ਪ੍ਰਭ ਪਾਇਆ, ਧੰਨ ਗੁਰੂ ਜੀ ਰਹਿਮਤ ਕਰਦੇ ਨੇ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ। ਸ਼ਬਦ ਮਿਲਾਇਆ ਤੇ ਪ੍ਰਾਪਤੀ ਕਰਵਾਉਣ ਵਾਲਾ ਸ਼ਬਦ ਹੈ। ਜੋਤੀ ਜੋਤ ਮਿਲਾਈ, ਸਾਡੇ ਅੰਦਰ ਨਾ ਪ੍ਰਤੱਖ ਜੋਤੀ ਹੈ, ਇਹਨੂੰ ਪ੍ਰਤੀਕ ਜੋਤੀ ਆਖਿਆ ਗਿਆ। ਉਹ ਪ੍ਰਭੂ ਪਰਮਾਤਮਾ ਦੀ ਅਖੰਡ ਜੋਤ ਹੈ। ਉਸ ਅਖੰਡ ਜੋਤ ਦੇ ਵਿੱਚ ਇਹ ਜਿਹੜੀ ਸਾਡੀ ਜੋਤ ਹੈ ਇਹ ਅਭੇਦ ਹੋ ਜਾਂਦੀ ਹੈ ਤੇ ਫਿਰ ਜੀਵਨ ਮੁਕਤ ਹੋਈਦਾ ਹੈ। ਇੱਕ ਰੂਪ ਹੋ ਜਾਂਦੀਆਂ ਨੇ ਦੋਵੇਂ, ਫਿਰ ਅਭੇਦ ਰੂਪ ਹੋਈਦਾ। ਹੁਣ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਕਿਰਪਾ ਕਰਦੇ ਨੇ। ਸੱਚੇ ਸਤਿਗੁਰੂ ਨਾਮ ਦੀ ਕਮਾਈ ਦੇ ਨਾਲ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਭਾਈ। ਤੇ ਸਾਡੇ ਅੰਦਰ ਦੀ ਜਿਹੜੀ ਜੋਤ ਹੈ ਉਸ ਪ੍ਰਭੂ ਪਰਮਾਤਮਾ ਦੀ ਜੋਤ ਦੇ ਵਿੱਚ ਅਭੇਦ ਹੋ ਜਾਂਦੀ ਹੈ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਸੱਚੇ ਸਤਿਗੁਰ ਕਿਰਪਾ ਕਰਨ, ਰਹਿਮਤ ਕਰਨ। ਗੁਰੂ ਮਹਾਰਾਜ ਜੀ ਆਪ ਸਾਰੀਆਂ ਸੰਗਤਾਂ ਦਾ ਸਰਵਣ